ਸਵਾਗਤ ਹੈ ਪੀਟੀਸੀ ਨਿਊਜ਼ ਦੇ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਖਾਸ ਪ੍ਰੋਗਰਾਮ ਲੈ ਕੇ ਇੱਕ ਵਾਰ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਕੁਝ ਬਿਮਾਰੀਆਂ ਦਾ ਨਾਮ ਇੰਨਾ ਖਤਰਨਾਕ ਹੁੰਦਾ ਹੈ ਕਿ ਜੇ ਸੁਣ ਲਿਆ ਜਾਵੇ ਤਾਂ ਅੱਧਾ ਮਰੀਜ਼ ਹੈ ਜਿਹੜਾ ਉਹੀ ਮਰ ਜਾਂਦਾ। ਉਹ ਬਿਮਾਰੀ ਦਾ ਨਾਮ ਹੈ ਕੈਂਸਰ। ਪੰਜਾਬ ਇੱਕ ਵੱਡੇ ਸੰਤਾਪ ਦੇ ਵਿੱਚੋਂ ਗੁਜ਼ਰ ਰਿਹਾ। ਸਭ ਜਾਣਦੇ ਹਾਂ ਅਸੀਂ ਕਿ ਪੰਜਾਬ ਦੇ ਵਿੱਚ ਕੈਂਸਰ ਦੀ ਨਾਮੁਰਾਦ ਬਿਮਾਰੀ ਆਪਣੇ ਪੈਰ ਲਗਾਤਾਰ ਫੈਲਾਉਂਦੀ ਜਾ ਰਹੀ ਹੈ। ਖਾਸ ਤੌਰ ਤੇ ਮਾਲਵਾ ਬੈਲਟ ਹੈ ਜਿਹੜੀ ਉਹ ਪੂਰੀ ਤਰ੍ਹਾਂ ਦੇ ਨਾਲ ਗ੍ਰਸਤ ਹੁੰਦੀ ਜਾ ਰਹੀ ਹੈ ਕੈਂਸਰ ਦੇ ਵਿੱਚ। ਪਰ ਬਹੁਤੇ ਲੋਕਾਂ ਨੂੰ ਇਹ ਦਿਮਾਗ ਦੇ ਵਿੱਚ ਇਹ ਗੱਲ ਘਰ ਕਰ ਚੁੱਕੀ ਹੈ ਕਿ ਕੈਂਸਰ ਇੱਕ ਲਾ ਇਲਾਜ ਬਿਮਾਰੀ ਹੈ ਜਿਹਦਾ ਕੋਈ ਇਲਾਜ ਹੀ ਨਹੀਂ। ਜੇ ਕਿਸੇ ਨੂੰ ਕੈਂਸਰ ਹੋ ਗਿਆ ਤਾਂ ਉਹਦੇ ਬਚਣ ਦੇ ਚਾਂਸ 99% ਹੈ ਹੀ ਨਹੀਂ ਹੈ। 1% ਕੋਈ ਖੁਦਾ ਨਾ ਖਾਸਤਾ ਬੱਚੇ, ਨਹੀਂ ਤਾਂ ਉਹ ਕੈਂਸਰ ਜਿਹੜਾ ਉਹ ਤੁਹਾਨੂੰ ਖਤਮ ਕਰ ਦਿੰਦਾ। ਪਰਿਵਾਰਾਂ ਦੇ ਪਰਿਵਾਰ ਖਤਮ ਹੋ ਜਾਂਦੇ ਨੇ ਔਰ ਜ਼ਿਆਦਾ ਪਰਿਵਾਰ ਤਾਂ ਇਸ ਗਮ ਦੇ ਵਿੱਚ ਖਤਮ ਹੋ ਜਾਂਦੇ ਨੇ ਕਿ ਕੈਂਸਰ ਵਰਗੀ ਬਿਮਾਰੀ ਹੈ ਜਿਹੜੀ ਉਹ ਘਰ ਆ ਗਈ। ਪਰ ਇਹ ਇੱਕ ਮਿਥ ਹੈ ਕਿ ਕੈਂਸਰ ਦਾ ਇਲਾਜ ਨਹੀਂ ਹੈ। ਕੈਂਸਰ ਦਾ ਇਲਾਜ ਹੈ ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਟੈਕਨੋਲੋਜੀ ਇੰਨੀ ਐਡਵਾਂਸ ਆ ਚੁੱਕੀ ਹੈ ਕਿ ਕੈਂਸਰ ਦਾ ਇਹ ਦਾਅਵਾ ਕੀਤਾ ਜਾ ਰਿਹਾ ਕਿ ਹੁਣ ਉਹ ਜ਼ਮਾਨੇ ਲੱਦ ਕੇ ਜਿਹੜਾ ਕਿਹਾ ਜਾਂਦਾ ਸੀਗਾ ਕਿ ਜਿਸ ਨੂੰ ਕੈਂਸਰ ਹੋ ਗਿਆ ਜੇ ਉਹਦਾ ਇਲਾਜ ਹੋ ਵੀ ਜਾਂਦਾ ਤਾਂ ਦੁਬਾਰਾ ਫਿਰ ਉਹਨੂੰ ਕੈਂਸਰ ਹੋ ਜਾਏਗਾ, ਜੇ ਦੁਬਾਰਾ ਵੀ ਹੋ ਗਿਆ ਤੀਜੀ ਵਾਰ ਫਿਰ ਉਹਨੂੰ ਹੋ ਜਾਏਗਾ। ਹੁਣ ਉਹ ਚੀਜ਼ਾਂ ਨਹੀਂ ਰਹੀਆਂ। ਹੁਣ ਇੰਨੀ ਐਡਵਾਂਸ ਟੈਕਨੀਕ ਆ ਚੁੱਕੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੈਂਸਰ ਦਾ ਜਿਹੜਾ ਪੇਸ਼ੈਂਟ ਹੈ ਉਸ ਦਾ ਇਲਾਜ ਸੰਭਵ ਹੈ। ਇਹ ਤਰ੍ਹਾਂ ਹੀ ਇੱਕ ਗੱਲ। ਦੂਜੀ ਗੱਲ ਇਹ ਸੀਗੀ ਕਿ ਜਿਹੜੇ ਕੈਂਸਰ ਦੇ ਟ੍ਰੀਟਮੈਂਟ ਹੁੰਦੇ ਨੇ ਉਹ ਬਹੁਤ ਵੱਡੇ ਹਸਪੀਟਲਸ ਦੇ ਵਿੱਚ ਹੁੰਦੇ ਨੇ ਜਿਨ੍ਹਾਂ ਦੇ ਲਈ ਤੁਹਾਨੂੰ ਟਾਈਮ ਲੈਣ ਲੱਗਿਆ ਹੀ 2-2 3-3 ਮਹੀਨੇ ਲੱਗ ਜਾਂਦੇ ਨੇ। ਜਿੰਨੀ ਦੇਰ 'ਚ ਤੁਹਾਡੀ ਵਾਰੀ ਆਉਂਦੀ ਹੈ ਉਨੀ ਦੇਰ ਦੇ ਵਿੱਚ ਕੈਂਸਰ ਇੱਥੋਂ ਦੀ ਇੱਥੇ ਪਹੁੰਚ ਜਾਂਦਾ। ਹੁਣ ਇਹ ਮਿੱਥ ਵੀ ਟੁੱਟ ਗਈ ਹੈ। ਬਹੁਤ ਸਾਰੇ ਹਸਪੀਟਲ ਅਜਿਹੇ ਨੇ, ਖਾਸ ਤੌਰ 'ਤੇ ਜੇ ਗੱਲ ਆਪਾਂ ਇੱਥੇ ਦੀ ਕਰੀਏ, ਚੰਡੀਗੜ੍ਹ ਦੀ ਕਰੀਏ, ਟਰਾਈ ਸਿਟੀ ਦੀ ਕਰੀਏ ਜਾਂ ਪੰਜਾਬ ਦੇ ਇਸ ਰੀਜਨ ਦੀ ਗੱਲ ਕਰੀਏ ਤਾਂ ਸੋਹਾਣਾ ਹਸਪੀਟਲ ਹੈ ਜਿਹੜਾ ਉਹ ਆਪਣਾ ਨਾਮ ਬਣਾ ਚੁੱਕਾ ਕੈਂਸਰ ਟ੍ਰੀਟਮੈਂਟ ਦੇ ਵਿੱਚ। ਵੈਸੇ ਤਾਂ ਸੋਹਾਣਾ ਹਸਪੀਟਲ ਵੱਖ-ਵੱਖ ਖੇਤਰਾਂ ਦੇ ਵਿੱਚ ਅੱਗੇ ਜਾ ਹੀ ਰਿਹਾ, ਪਰ ਕੈਂਸਰ ਟ੍ਰੀਟਮੈਂਟ ਦੇ ਵਿੱਚ ਵੀ ਹੁਣ ਲੋਕਾਂ ਦਾ ਵਿਸ਼ਵਾਸ ਇੰਨਾ ਵੱਡਾ ਹੋ ਗਿਆ ਕਿ ਨਾ ਸਿਰਫ ਪੰਜਾਬ ਬਲਕਿ ਪੰਜਾਬ ਦੇ ਨਾਲ ਲੱਗਦੇ ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਦੂਰ ਦਰਾਡੇ ਲੋਕ ਔਰ ਖਾਸ ਤੌਰ ਤੇ ਅਬਰੋਡ ਤੋਂ ਵੀ ਲੋਕ ਇਲਾਜ ਕਰਾਉਣ ਦੇ ਲਈ ਸੋਹਾਣਾ ਹਸਪੀਟਲ ਪਹੁੰਚ ਰਹੇ ਨੇ। ਕੈਂਸਰ ਵਰਗੀ ਬਿਮਾਰੀ ਕਿਵੇਂ ਖਤਮ ਹੋ ਸਕਦੀ ਹੈ, ਕੀ ਇਹਦਾ ਇਲਾਜ ਹੈ, ਜੋ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਹੈ ਕਿ ਇਹ ਲਾ ਇਲਾਜ ਬਿਮਾਰੀ ਹੈ ਉਸ ਦਾ ਕੀ ਹੱਲ ਹੈ, ਇਹ ਸਾਰੀਆਂ ਗੱਲਾਂ ਕਰਨ ਦੇ ਲਈ ਦੋ ਖਾਸ ਮਹਿਮਾਨ ਮੇਰੇ ਨਾਲ ਜੁੜੇ ਹੋਏ ਨੇ ਜਿਹੜੇ ਸੋਹਾਣਾ ਹਸਪੀਟਲ ਤੋਂ ਹੀ ਨੇ ਔਰ ਲੰਬੇ ਸਮੇਂ ਤੋਂ ਜੁੜੇ ਹੋਏ ਨੇ। ਮੈਂ ਡਾਕਟਰ ਸਾਹਿਬ ਨਾਲ ਪਿੱਛੇ ਜੇ ਗੱਲ ਕਰ ਰਿਹਾ ਸੀ, ਮੈਂ ਡਾਕਟਰ ਸਾਹਿਬ ਡਾਕਟਰਾਂ ਦੇ ਲਈ ਇਹ ਰਾਏ ਬੜੀ ਮਸ਼ਹੂਰ ਹੁੰਦੀ ਹੈ ਕਿ ਸਾਲ 2 ਸਾਲ ਤੋਂ ਬਾਅਦ ਜਿਹੜੇ ਡਾਕਟਰ ਨੇ ਉਹ ਹਸਪੀਟਲ ਚੇਂਜ ਕਰ ਲੈਂਦੇ ਨੇ। 10 ਸਾਲ ਤੋਂ ਵੱਧ ਸਮਾਂ ਹੋ ਗਿਆ ਇਹ ਡਾਕਟਰ ਸਾਹਿਬ ਜਿਹੜੇ ਨੇ ਸੋਹਾਣਾ ਹਸਪੀਟਲ ਦੇ ਵਿੱਚ ਲੱਗੇ ਹੋਏ ਨੇ। ਡਾਕਟਰ ਸੰਦੀਪ ਕੁੱਕੜ ਸਾਹਿਬ ਮੇਰੇ ਨਾਲ ਮੌਜੂਦ ਨੇ, ਡਾਇਰੈਕਟਰ ਨੇ ਮੈਡੀਕਲ ਓਨਕੋਲੋਜੀ ਸੋਹਾਣਾ ਹਸਪੀਟਲ ਤੋਂ, ਔਰ ਡਾਕਟਰ ਫੈਜ਼ਲਾ ਮੇਰੇ ਨਾਲ ਮੌਜੂਦ ਨੇ, ਅਟੈਂਡਿੰਗ ਕੰਸਲਟੈਂਟ ਨੇ ਓਨਕੋਲੋਜੀ ਡਿਪਾਰਟਮੈਂਟ ਸੋਹਾਣਾ ਹਸਪੀਟਲ ਤੋਂ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ। ਮੈਂ ਇੱਕ ਡਿਬੇਟ ਕੀਤੀ ਸੀ ਡਾਕਟਰ ਸਾਹਿਬ ਦੇ ਨਾਲ, ਉਦੋਂ ਵੀ ਮੈਂ ਡਾਕਟਰ ਸਾਹਿਬ ਦੇ ਨਾਲ ਜਾਣ ਪਛਾਣ ਕੀਤੀ ਸੀ, ਦਰਸ਼ਕਾਂ ਦੀ ਕਰਾਈ ਵੀ ਸੀ। ਡਾਕਟਰ ਸਾਹਿਬ, ਮੇਰਾ ਪਹਿਲਾ ਬੜਾ ਅਹਿਮ ਸਵਾਲ ਹੈਗਾ ਕਿ ਲੋਕਾਂ ਦੀ ਜਿਹੜੀ ਇਹ ਮਿੱਥ ਹੈ, ਜਿਹੜੀ ਇਹ ਧਾਰਨਾ ਹੈ ਕਿ ਕੈਂਸਰ ਜੇ ਹੋ ਗਿਆ ਤਾਂ ਉਹਦਾ ਕੋਈ ਇਲਾਜ ਨਹੀਂ ਹੈ। ਮਤਲਬ ਹਾਂ ਠੀਕ ਹੈ, ਤੁਹਾਡਾ ਬੰਦਾ 2 ਮਹੀਨੇ ਵੀ ਰਹਿ ਸਕਦਾ, 6 ਮਹੀਨੇ ਵੀ ਰਹਿ ਸਕਦਾ ਜਾਂ ਸਾਲ ਘੱਟ ਜੇ, ਪਰ ਉਹਨੇ ਜਾਣਾ ਜ਼ਰੂਰ ਹੈ ਇਸ ਦੁਨੀਆ ਤੋਂ। ਇਹ ਠੀਕ ਹੈ ਗੱਲ? ਮੈਨੂੰ ਲੱਗਦਾ ਹੈ ਇਹ ਵੀ ਇੱਕ ਮਿਥ ਬਣ ਕੇ ਹੀ ਰਹਿ ਜਾਣਾ ਕਿ ਕੈਂਸਰ ਇੱਕ ਲਾ ਇਲਾਜ ਬਿਮਾਰੀ ਹੈ। ਜਿਸ ਤਰੀਕੇ ਦੀ ਟੈਕਨੋਲੋਜੀ ਜਾਂ ਐਡਵਾਂਸਮੈਂਟਸ ਮੈਡੀਕਲ ਸਾਇੰਸ ਵਿੱਚ ਹੋਇਆ ਹੈ ਉਹਦੇ ਮੁਤਾਬਕ ਮੈਨੂੰ ਲੱਗਦਾ ਹੈ ਕਿ ਕੈਂਸਰ ਦਾ 100% ਇਲਾਜ ਸੰਭਵ ਹੈ। ਕੀ ਬਾਤ ਹੈ। ਔਰ ਅਗਰ ਮਰੀਜ਼ ਸ਼ੁਰੂਆਤੀ ਸਟੇਜਸ ਵਿੱਚ ਡਾਕਟਰ ਕੋਲ ਪਹੁੰਚਦਾ ਹੈ ਤਾਂ ਬਿਲਕੁਲ ਉਹਦੀ ਬਿਮਾਰੀ ਜੜ ਤੋਂ ਖਤਮ ਹੋ ਸਕਦੀ ਹੈ। ਸੋ ਇਹ ਇੱਕ ਮਿਥ ਹੀ ਹੈ ਕਿ ਕੈਂਸਰ ਦਾ ਇਲਾਜ ਨਹੀਂ ਹੈ। ਬਿਲਕੁਲ, ਇਹ ਕਿਸੇ ਵੀ ਬਿਮਾਰੀ 'ਚ ਆਈ ਥਿੰਕ ਲਾਗੂ ਹੁੰਦਾ ਹੈ। ਤੁਸੀਂ ਲੇਟ ਸਟੇਜਸ ਵਿੱਚ ਕੋਈ ਵੀ ਬਿਮਾਰੀ 'ਚ ਜਾਓਗੇ, ਕਾਰਡਿਕ ਪ੍ਰੋਬਲਮ 'ਚ, ਡਾਇਬੀਟੀਜ਼, ਤੁਸੀਂ ਲੇਟ ਸਟੇਜਸ 'ਚ ਜਾਓਗੇ ਦੈਨ ਆਲਸੋ ਕਿ ਉਹ ਡੈਮੇਜ ਹੋ ਚੁੱਕਿਆ ਹੁੰਦਾ। ਸੋ ਨੈਚੁਰਲੀ ਕੈਂਸਰ 'ਚ ਵੀ ਆਈ ਥਿੰਕ ਅਗਰ ਮਰੀਜ਼ ਜਲਦੀ ਸਟੇਜਸ ਵਿੱਚ ਡਾਕਟਰ ਕੋਲ ਪਹੁੰਚਦਾ ਹੈ ਤਾਂ ਬਿਲਕੁਲ ਠੀਕ ਹੋ ਜਾਂਦਾ। ਸਰ ਥੋੜਾ ਜਿਹਾ ਦੱਸੋਗੇ ਆਊਟ ਆਫ ਦ ਬਾਕਸ ਮੈਂ ਸਵਾਲ ਪੁੱਛ ਰਿਹਾ, ਕੋਈ ਇੱਕ ਪਾਰਟੀਕੂਲਰ ਰੀਜ਼ਨ ਤੁਹਾਡੀ ਰਿਸਰਚ ਦੇ ਵਿੱਚ ਆਇਆ ਹੋਵੇ, ਤੁਹਾਡੀ ਇੰਨੇ ਸਾਲਾਂ ਦੀ ਜਿਹੜੀ ਪੜ੍ਹਾਈ ਹੈਗੀ ਹੈ ਜਾਂ ਇੰਨੇ ਸਾਲਾਂ ਦੀ ਤੁਹਾਡੀ ਰਿਸਰਚ ਹੈ, ਤੁਹਾਡੀ ਜਿਹੜਾ ਇਹ ਪੇਸ਼ਾ ਹੈਗਾ, ਕਦੇ ਤੁਸੀਂ ਇਸ ਸਿੱਟੇ ਤੇ ਪਹੁੰਚੋ ਕਿ ਆਹ ਇੱਕ ਪਾਰਟੀਕੂਲਰ ਰੀਜ਼ਨ ਹੈਗਾ ਜਿਸ ਕਰਕੇ ਕੈਂਸਰ ਹੋ ਸਕਦਾ? ਦੇਖੋ, ਪਾਰਟੀਕੂਲਰ ਰੀਜ਼ਨ ਤਾਂ ਨਹੀਂ ਹੈ, ਬਟ ਜੋ ਟੈਕਸਟ ਕਹਿੰਦਾ, ਜੋ ਰਿਸਰਚ ਕਹਿੰਦਾ, ਉਹ ਇਹ ਕਹਿੰਦਾ ਕਿ 40% ਆਫ ਦੀ ਡਿਜ਼ੀਜ਼ਸ, 40% ਆਫ ਦੀ ਨਾਨ ਕਮਿਊਨੀਕੇਬਲ ਡਿਜ਼ੀਜ਼ ਜਿਹਦੇ ਚੋਂ ਕੈਂਸਰ ਵੀ ਇੱਕ ਹੈ, ਦੇ ਆਰ ਲਾਈਫਸਟਾइल रिलेटेड। सो वो अपना आज से 30 साल 40 साल पहले चले जाओ तो लाइफस्टाइल कुछ और था, आज लाइफस्टाइल कुछ और है। आज हर आदमी आप देख लीजिए, सुबह उठता है एसी में उठता है, गाड़ी में ट्रैवल करता है वहाँ एसी है, हॉस्पिटल आते हुए ऑफिस जाते हो वहाँ पे भी एसी है। आपके शरीर से बेसिकली जो वेस्ट प्रोडक्ट्स एलिमिनेट करने वाला एक मैकेनिज्म स्वेट है, पसीना है, वो तो कभी बहता ही नहीं। मतलब वन ऑफ द एक ਵੱਡਾ ਰੀਜ਼ਨ ਤੁਸੀਂ ਇਹਨੂੰ ਮੰਨਦੇ ਹੋ? ਬਹੁਤ ਵੱਡਾ ਰੀਜ਼ਨ ਹੈ ਕਿ ਲਾਈਫਸਟਾਈਲ ਨਾਲ ਜੁੜੀਆਂ ਹੋਈਆਂ ਜੋ ਬਿਮਾਰੀਆਂ ਉਹਨੂੰ
ਤੁਸੀਂ ਆਪਣਾ ਲਾਈਫ ਸਟਾਈਲ ਠੀਕ ਕਰਕੇ ਆਪਣਾ 40% ਚਾਂਸ ਬਿਮਾਰ ਹੋਣ ਦਾ ਨਾਟ ਬਿਕਾਜ਼ ਘਟਾ ਆਫ ਸਕਦੇ ਕੈਂਸਰ ਹੋ। ਘਟਾ ਹਾਂ। ਸਕਦੇ ਹੋ। ਐਗਜ਼ੈਕਟਲੀ। ਚਲੋ ਹੁਣ ਆਪਾਂ ਬਿਮਾਰੀ ਵੱਲ ਆਉਂਦੇ ਹਾਂ ਕਿ ਜੇ ਚਲੋ ਬਿਮਾਰੀ ਲੱਗ ਹੀ ਲਈ ਤਾਂ ਫਿਰ ਉਹਦਾ ਇਲਾਜ ਕੀ ਹੈ। ਇੱਕ ਬੜਾ ਬੇਸਿਕ ਜਿਹਾ ਇੱਕ ਸਵਾਲ ਲੋਕਾਂ ਦੇ ਜ਼ਿਹਨ ਦੇ ਵਿੱਚ ਵੀ ਆਉਂਦਾ ਹੋਏਗਾ, ਕੈਂਸਰ ਵਰਗੀ ਬਿਮਾਰੀ ਜੇ ਹੋ ਜਾਂਦੀ ਹੈ, ਵੱਖ-ਵੱਖ ਸਟੇजेस ਨੇ, ਸਟੇजेस ਤੋਂ ਪਹਿਲਾਂ ਏਜਿਸ ਵੀ ਨੇ, ਬੱਚਿਆਂ ਦੀ ਬਿਮਾਰੀ, ਬਜ਼ੁਰਗਾਂ ਦੀ ਬਿਮਾਰੀ, ਜਵਾਨਾਂ ਦੀ ਬਿਮਾਰੀ, ਇਹਨਾਂ ਦਾ ਟ੍ਰੀਟਮੈਂਟ ਕੀ ਸੇਮ ਹੁੰਦਾ ਜਾਂ ਟ੍ਰੀਟਮੈਂਟ ਦੇ ਵਿੱਚ ਵੀ ਫਰਕ ਹੈਗਾ? ਨਹੀਂ, ਹਰ ਕੈਂਸਰ ਦੇ ਹੋਣ ਦਾ ਏਜ ਗਰੁੱਪ ਇੱਕ ਅਲੱਗ ਹੈ। ਅਗਰ ਤੁਸੀਂ ਬੱਚਿਆਂ 'ਚ ਦੇਖੋਗੇ ਤਾਂ ਮੈਜੋਰਿਟੀ ਆਫ ਦੀ ਕੈਂਸਰਸ ਆਰ ਬਲੱਡ ਕੈਂਸਰ ਰਿਲੇਟਡ, ਲੂਕੀਮੀਆਜ਼, ਲਿੰਫੋਮਾਜ਼ ਜ਼ਿਆਦਾ ਕਾਮਨ ਨੇ। ਅਗਰ ਤੁਸੀਂ ਇਹ ਐਲਡਰਲੀ ਏਜ ਗਰੁੱਪ 'ਚ ਚਲੇ ਜਾਓਗੇ, ਬਜ਼ੁਰਗਾਂ 'ਚ ਚਲੇ ਜਾਓਗੇ ਤਾਂ ਜਿੱਦਾਂ 70 ਇਅਰਸ ਕ੍ਰਾਸ ਕਰਦੇ ਆ ਤਾਂ ਪ੍ਰੋਸਟੇਟ ਦੀ ਬਿਮਾਰੀ, ਪ੍ਰੋਸਟੇਟਿਕ ਕੈਂਸਰ ਦੇ ਰੀਜ਼ਨ ਜ਼ਿਆਦਾ ਨੇ। ਅਗਰ ਤੁਸੀਂ ਜਵਾਨ ਆਦਮੀਆਂ 'ਚ ਦੇਖੋਗੇ ਤਾਂ ਉਹਨਾਂ ਦਾ ਲਾਈਫ ਸਟਾਈਲ ਇਜ਼ ਡਿਫਰੈਂਟ, ਸੋ ਹੈਡ ਐਂਡ ਨੈਕ ਕੈਂਸਰਸ, ਲੰਗ ਕੈਂਸਰਸ, GI ਕੈਂਸਰਸ ਦੇ ਆਰ ਮੋਰ ਕਾਮਨ, ਇਹ ਜ਼ਿਆਦਾ ਕਾਮਨ ਹੈ। ਮੇਲਸ ਐਂਡ ਫੀਮੇਲਸ ਵਿੱਚ ਵੀ ਡਿਸਟ੍ਰੀਬਿਊਟ ਕਰੋਗੇ ਤਾਂ ਦੇਰ ਆਰ ਡਿਫਰੈਂਸਿਸ ਕਿ ਮੇਲਸ ਵਿੱਚ ਹੈਡ ਐਂਡ ਨੈਕ कैंसर, लंग कैंसर ये ज़्यादा कॉमन है। फीमेल्स में ब्रेस्ट कैंसर, सर्वाइकल कैंसर ये ज़्यादा कॉमन है। बुजुर्गां च प्रोस्टैटिक कैंसर दे होने दे ज़्यादा पॉसिबिलिटीज़ है। सो एज रिलेटेड एंड सेक्स रिलेटेड जो चेंजेस है वो आई थिंक दे आर ड्रिवन बाय सर्टन मैकेनिज्म। सो अलग-अलग एज ग्रुप ਚ ਤੁਹਾਨੂੰ ਅਲੱਗ-ਅਲੱਗ ਕੈਂਸਰਸ ਦੇਖਣ ਨੂੰ ਬਿਲਕੁਲ ਠੀਕ ਹੈ। ਡਾਕਟਰ ਫੈਜ਼ਲਾ, ਮੈਂ ਇੱਕ ਛੋਟਾ ਜਿਹਾ ਸਵਾਲ ਤੁਹਾਡੇ ਤੋਂ ਜ਼ਰੂਰ ਪੁੱਛਾਂਗਾ। ਜਿਹੜੇ ਵੀ ਤੁਹਾਡੇ ਕੋਲ ਪੇਸ਼ੈਂਟਸ ਆਉਂਦੇ ਨੇ, ਮਤਲਬ ਬਹੁਤੀ ਵਾਰ ਤਾਂ ਇਹ ਹੁੰਦਾ ਕਿ ਮਰੀਜ਼ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਕਿਸ ਸਟੇਜ ਦੇ ਵਿੱਚੋਂ ਗੁਜ਼ਰ ਰਿਹਾ। ਕਈ ਵਾਰੀ ਤਾਂ ਅਜਿਹੇ ਵੀ ਚਾਂਸਸ ਹੋ ਜਾਂਦੇ ਨੇ ਕਿ ਬੰਦਾ ਆਂਦੇ 3rd ਸਟੇਜ ਦੇ ਵਿੱਚ ਹੈ। ਇਹ ਇਦਾਂ ਦੇ ਕੁਝ ਤੁਹਾਡੇ ਕੋਲ ਪੇਸ਼ੈਂਟਸ ਆਉਂਦੇ ਨੇ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਵੀ ਸਾਨੂੰ ਹੈ ਕੀ। इंडिया इज सच अ कंट्री के यहाँ पे ज़्यादातर लेट डायग्नोसिस में पेशेंट्स हमारे पास आते हैं बिकॉज द इनिशियल स्क्रीनिंग प्रोग्राम इज नॉट सो गुड, द बेसिक थिंग इज लैकिंग देयर। सो हम कैंसर में ऐसा बताते हैं कि अर्ली डायग्नोसिस इज द कैच ऑफ द डिजीज। ऐसे ही है वो, जब लेटली आते हैं तब भी इलाज संभव होता है, ऐसा नहीं है। पर जे पहला आ जाए तो फिर वो जल्दी रिकवरी भी हो सकती है। यस, द सर्वाइवल एंड द रेट ऑफ रिकरेंस इज लेस। और मैं एक होर गल भी दस दवां, मैं वैसे जो एक बार विजिट किया सी तो मैं उत्थे कैंसर ਦੀਆਂ ਬੱਸਸ ਦੇਖੀਆਂ ਸੀਗੀਆਂ ਦੋ। ਫਿਰ ਮੈਂ ਉਹਨਾਂ ਨੂੰ ਸਵਾਲ ਕੀਤਾ ਵੀ ਇਹ ਕਿਉਂ? ਕਹਿੰਦੇ ਕਿ ਅਸੀਂ ਜਾਗਰੂਕਤਾ ਫੈਲਾਉਣ ਦੇ ਲਈ ਇਹ ਬੱਸਸ ਭੇਜਦੇ ਹਾਂ। ਮਤਲਬ ਇਹ ਮੇਰੇ ਵਾਸਤੇ ਵੀ ਇੱਕ ਖਬਰ ਸੀ, ਇੱਕ ਨਿਊਜ਼ ਸੀ ਕਿ ਇੱਕ ਪ੍ਰਾਈਵੇਟ ਹਸਪੀਟਲ ਇਹ ਇਨੀਸ਼ੀਏਟ ਲੈ ਰਿਹਾ ਕਿ ਲੋਕਾਂ ਨੂੰ ਘੱਟੋ ਘੱਟ ਇਹ ਪਤਾ ਹੋਵੇ ਭਾਈ ਤੁਸੀਂ ਕਿੱਥੋਂ ਗੁਜ਼ਰ ਰਹੇ ਹੋ, ਕਿਵੇਂ ਗੁਜ਼ਰ ਰਹੇ ਹੋ। ਬ੍ਰੈਸਟ ਕੈਂਸਰ ਦੇ ਕਿੰਨੇ ਪੇਸ਼ੈਂਟਸ ਔਰਤਾਂ ਦੇ ਆਉਂਦੇ ਨੇ ਔਰ ਉਹ ਉਹਨਾਂ ਨੂੰ ਤਾਂ ਪਤਾ ਲੱਗ ਜਾਂਦਾ ਜਦੋਂ ਲਾਸਟ ਸਟੇਜ ਤੱਕ ਪਹੁੰਚ ਜਾਂਦੇ ਨੇ। ਖਾਸ ਤੌਰ ਤੇ ਰੂਰਲ ਏਰੀਆਜ਼ ਦੇ ਵਿੱਚ, ਮਾਲਵੇ ਦੇ ਵਿੱਚ ਚਲੇ ਜਾਓ, ਤੁਹਾਨੂੰ ਪਤਾ ਇੱਥੋਂ ਇੱਕ ਸਪੈਸ਼ਲ ਰੇਲ ਗੱਡੀ ਚੱਲਦੀ ਸੀ ਜਿਹਨੂੰ ਕੈਂਸਰ ਰੇਲ ਗੱਡੀ ਕਿਹਾ ਜਾਂਦਾ। ਹੁਣ ਜਾ ਕੇ ਉਹ ਥੰਬੜਾ ਸ਼ੁਰੂ ਹੋਇਆ ਜਦੋਂ ਵੱਡੇ ਵੱਡੇ ਹਸਪੀਟਲ ਜਾਂ ਸੋਹਾਣਾ ਹਸਪੀਟਲ ਵਰਗੇ ਹਸਪੀਟਲਸ ਇੱਥੇ ਇਲਾਜ ਕਰਨ ਲੱਗੇ। ਡਾਕਟਰ ਸਾਹਿਬ, ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹ ਨਾਮ ਹੀ ਬਹੁਤ ਵੱਡਾ ਹੈ ਨਾ ਕੈਂਸਰ ਵਰਗੀ ਬਿਮਾਰੀ ਦਾ। ਨਾ ਸਿਰਫ ਡਰ, ਖਤਰਾ ਤੇ ਖਰਚਾ, ਬੰਦੇ ਦੇ ਜ਼ਿਹਨ ਦੇ ਵਿੱਚ ਇਹ ਆਉਂਦਾ ਕਿ ਮੈਨੂੰ ਅਮੀਰਾਂ ਵਾਲੀ ਬਿਮਾਰੀ ਲੱਗ ਗਈ, ਹੁਣ ਮੇਰਾ ਘਰ-ਬਾਰ ਸਭ ਕੁਝ ਵਿਕ ਜਾਏਗਾ। ਖਾਸ ਤੌਰ ਤੇ ਅਸੀਂ ਇਹ ਵੀ ਫੀਡਬੈਕ ਦੇਖੀ ਕਿ NRIs ਵੀ ਤੁਹਾਡੇ ਕੋਲ ਆ ਕੇ ਟ੍ਰੀਟਮੈਂਟ ਕਰਾਉਂਦੇ ਨੇ। ਮਤਲਬ ਕਿਫਾਇਤੀ ਦਰਾਂ ਦੇ ਵਿੱਚ ਇੱਕ ਵਧੀਆ ਟ੍ਰੀਟਮੈਂਟ ਹੈ। ਜਿਵੇਂ ਬੰਦਾ ਕਹਿੰਦਾ ਨਾ ਕਿ ਜਿੰਨੇ ਪੈਸੇ ਲਾਓਗੇ ਉਨਾ ਵਧੀਆ ਟ੍ਰੀਟਮੈਂਟ ਹੈ, ਉਹ ਵੀ ਇੱਕ ਮਿਥ ਹੈਗੀ ਹੈ ਕਿ ਜੇ ਹਲਕੇ ਜੇ ਤੁਸੀਂ ਰੇਟ ਕਿਫਾਇਤੀ ਦੇ ਤਾਂ ਲੱਗੇਗਾ ਵੀ ਯਾਰ ਇਹਨਾਂ ਕੋਲ ਸ਼ਾਇਦ ਉਹ ਮਸ਼ੀਨਰੀ ਹੈ ਨਹੀਂ ਜਿਵੇਂ ਦੀ ਹੋਣੀ ਚਾਹੀਦੀ ਸੀ। ਇਸ ਤੋਂ ਪਹਿਲਾਂ ਜੋ ਤੁਸੀਂ ਸਵਾਲ ਪੁੱਛ ਰਹੇ ਸੀ ਉਹਦੇ ਬਾਰੇ ਵੀ ਇੱਕ ਮੈਸੇਜ ਦਰਸ਼ਕਾਂ ਨੂੰ ਦਿਆਂਗਾ ਕਿ ਸੋਹਾਣਾ ਹਸਪੀਟਲ ਸਟੈਂਡਸ ਬਾय ਸਰਵਿਸ ਟੂ ਹਿਊਮੈਨਿਟੀ। ਕੀ ਬਾਤ। ਸਰਬਤ ਦਾ ਭਲਾ। ਸੋ ਅਸੀਂ ਇਹ ਚਾਹੁੰਦੇ ਹਾਂ ਕਿ ਜੋ ਸੋਸਾਇਟੀ ਤੋਂ ਸਾਨੂੰ ਪਿਆਰ ਮਿਲਿਆ ਅਸੀਂ ਉਹਨੂੰ ਵਾਪਸ ਕਰੀਏ। ਤਾਂ ਸੋਸਾਇਟੀ ਨੂੰ ਜਾਂ ਕਮਿਊਨਿਟੀ ਨੂੰ ਅਵੇਅਰ ਕਰਨ ਵਾਸਤੇ ਅਸੀਂ ਤਕਰੀਬਨ 2 ਸਾਲ ਪਹਿਲੇ ਇਹ ਮੁਹਿੰਮ ਚਲਾਈ ਕਿ ਸੋਹਾਣਾ ਮੈਮੋਵੈਨ ਸਕਰੀਨਿੰਗ ਪ੍ਰੋਗਰਾਮ, ਕਿ ਜਿਹਦੇ ਤਹਿਤ ਅਸੀਂ ਵੱਖਰੇ ਵੱਖਰੇ ਇਲਾਕਿਆਂ 'ਚ ਜਾ ਕੇ, ਪਿੰਡਾਂ 'ਚ ਜਾ ਕੇ, ਨੀਅਰ ਬਾਈ ਸੁਸਾਇਟੀ 'ਚ ਜਾ ਕੇ ਅਸੀਂ ਫ੍ਰੀ ਕੈਂਸਰ ਸਕਰੀਨਿੰਗ ਕੈਂਪਸ ਲਗਾਵਾਂਗੇ ਜਿਹਦੇ ਨਾਲ ਕਿ ਜੋ ਗਵਰਨਮੈਂਟਸ ਨਹੀਂ ਕਰ ਪਾ ਰਹੀਆਂ, ਅਸੀਂ ਗਵਰਨਮੈਂਟ ਨੂੰ ਵੀ ਇੱਕ ਹੈਂਡ ਇਨ ਹੈਂਡ ਦੇਣਾ ਚਾਹੁੰਦੇ ਹਾਂ ਕਿ ਤਾਂ ਕਿ ਮਰੀਜ਼ਾਂ ਨੂੰ ਅਸੀਂ ਜਲਦੀ ਸਟੇਜਸ ਵਿੱਚ ਡਾਇਗਨੋਜ਼ ਕਰ ਸਕੀਏ ਤੇ ਉਹਨਾਂ ਦਾ ਪੂਰਾ ਉਪਚਾਰ ਸੰਭਵ ਹੋ ਸਕੇ। ਇੱਕ ਗੱਲ ਹੋਰ ਐਡ ਕਰੂੰਗਾ, ਅੱਜ ਤੱਕ ਅਸੀਂ ਤਕਰੀਬਨ 200 ਤੋਂ ਜ਼ਿਆਦਾ ਫ੍ਰੀ ਮੈਮੋਗ੍ਰਾਫੀ ਸਕਰੀਨਿੰਗ ਕੈਂਪਸ ਲਗਾਏ ਹੈ, ਜਿਹਦੇ ਤਹਿਤ ਹਰ ਸਕਰੀਨਿੰਗ ਕੈਂਪਸ ਵਿੱਚ ਆਲਮੋਸਟ 40 ਤੋਂ 50 ਮੈਮੋਗ੍ਰਾਫੀ ਅਸੀਂ ਫ੍ਰੀ ਆਫ ਕਾਸਟ ਕਰਦੇ। ਜਿੱਦਾਂ ਤੁਸੀਂ ਕਿਸੇ ਵੀ ਪ੍ਰਾਈਵੇਟ ਹਸਪੀਟਲ 'ਚ ਤੁਸੀਂ ਮੈਮੋਗ੍ਰਾਫੀ ਕਰਾਉਣ ਜਾਓਗੇ ਤਾਂ ਇਟ ਇਜ਼ ਕਾਸਟਿੰਗ ਅਰਾਊਂਡ 700 ਰੁਪੀਜ਼, 800 ਰੁਪੀਜ਼। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਅਸੀਂ ਸੁਸਾਇਟੀ ਨੂੰ ਵਾਪਸ ਕਰ ਸਕਦੇ ਹਾਂ, ਕਿਉਂਕਿ ਇਹ ਬੜੇ ਸ਼ੁਰੂਆਤੀ ਲੱਛਣ ਹੁੰਦੇ ਨੇ। ਜਿੱਦਾਂ ਬ੍ਰੈਸਟ ਕੈਂਸਰ ਦੀ ਸ਼ੁਰੂਆਤ ਹੈ ਬਿਲਕੁਲ ਇੱਕ ਗਿਲਟੀ ਨਾਲ ਹੋਏਗੀ ਜੋ ਕਿ ਪੇਨਲੈਸ ਹੈ, ਜਿਹਦੇ 'ਚ ਕੋਈ ਦਰਦ ਨਹੀਂ ਹੁੰਦਾ, ਤੇ ਇਸ ਕਰਕੇ ਲੋਕ ਹਸਪੀਟਲ
लेट And स्टेजेस there से is some जाते हैं। societal taboo attached with it. Some of हाँ, the female do exactly. hide about ਹਾਂ it. as ਮੈਂ well. ਇਹੀ ਸਵਾਲ ਪੁੱਛਣ ਲੱਗਾ ਸੀਗਾ ਕਿ ਲੋਕ ਸ਼ਰਮ ਕਰਦੇ ਆ ਹਾਂ, ਜਾਂ ਸ਼ਰਮ ਛਪਾਉਣ ਦੀ ਕੋਸ਼ਿਸ਼ ਕਰਦੇ ਆ ਕਿ ਯਾਰ ਇਹ ਸਾਡੇ ਗੁਆਂਢੀ ਨੂੰ ਨਾ ਪਤਾ ਲੱਗ ਜੇ, ਇਹਨੂੰ ਨਾ ਪਤਾ ਲੱਗ ਜੇ। ਇੱਕ ਛੋਟਾ ਜਿਹਾ ਮੈਂ ਜ਼ਰੂਰ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦਾ ਕਿ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ, ਅਵੇਅਰ ਹੋਣਾ ਚਾਹੀਦਾ। ਇਹ ਬਿਮਾਰੀ ਹੈ, ਕਿਸੇ ਨੂੰ ਵੀ ਹੋ ਸਕਦੀ ਹੈ। ਬਿਲਕੁਲ ਆਉਣਾ ਚਾਹੀਦਾ ਹੈ, ਕਿਉਂਕਿ ਤੁਸੀਂ ਵਾਰ-ਵਾਰ ਇਸ ਚੀਜ਼ ਨੂੰ ਸਟ੍ਰੈਸ ਕਰੋਗੇ ਤਾਂ ਹੀ ਜਾ ਕੇ ਲੋਕਾਂ 'ਚ ਅਵੇਅਰਨੈਸ ਹੋਏਗੀ ਕਿ ਹਰ 40 ਸਾਲ ਤੋਂ ਉੱਪਰ ਵਾਲੀ ਫੀਮੇਲ ਨੂੰ ਸਾਲ 'ਚ ਇੱਕ ਵਾਰ ਆਪਣਾ ਮੈਮੋਗ੍ਰਾਫੀ ਜ਼ਰੂਰ ਕਰਾਉਣਾ ਚਾਹੀਦਾ। ਸੋ ਇਹ ਅਵੇਅਰਨੈਸ ਜਦ ਤੱਕ ਆਪਾਂ ਆਪਣੀ ਫੈਮਿਲੀ ਤੋਂ ਨਹੀਂ ਸ਼ੁਰੂ ਕਰਾਂਗੇ, ਇਹਨੂੰ ਆਪਾਂ ਅੱਗੇ ਜਾ ਕੇ ਸੋਸਾਇਟੀ 'ਚ ਇਸ ਮੈਸੇਜ ਨੂੰ ਨਹੀਂ ਦੇ ਸਕਦੇ। ਮੇਰਾ ਇੱਕ ਸਵਾਲ ਜਿਹੜਾ ਪਹਿਲਾਂ ਵੀ ਮੈਂ ਪੁੱਛਿਆ ਸੀਗਾ, ਆਮ ਤੌਰ ਤੇ ਇੱਕ ਹੋਰ ਮਨ ਦੇ ਵਿੱਚ ਇਹ ਆਉਂਦਾ ਸਵਾਲ ਕਿ ਵੱਡੇ ਹਸਪੀਟਲ ਦੇ ਵਿੱਚ ਜਾਵਾਂਗੇ, ਉੱਥੇ ਕਾਸਟਲੀ ਇਲਾਜ ਹੋਏਗਾ ਪਰ ਇਲਾਜ ਹੈ ਜਿਹੜਾ ਉਹ ਬਹੁਤ ਵਧੀਆ ਹੋਏਗਾ। ਮੁਕਾਬਲਾ ਜਦੋਂ ਤੁਹਾਡੇ ਸੋਹਾਣਾ ਹਸਪੀਟਲ ਦੇ ਨਾਲ ਕਰਦੇ ਆ ਤਾਂ ਵੱਡੇ ਵੱਡੇ ਹਸਪੀਟਲਸ ਦੇ ਨਾਲੋਂ ਤੁਹਾਡੇ ਰੇਟ ਜਿਹੜੇ ਨੇ ਉਹ ਬਹੁਤ ਘੱਟ ਨੇ, ਕਿਫਾਇਤੀ ਨੇ। ਫਿਰ ਮਰੀਜ਼ ਦੇ ਜ਼ਿਹਨ ਦੇ ਵਿੱਚ ਇਹ ਆਉਂਦਾ ਕਿ ਉਦਾਂ ਦਾ ਟ੍ਰੀਟਮੈਂਟ ਸੋਹਾਣਾ ਹਸਪੀਟਲ ਦੇ ਪਾਏਗਾ। ਬਿਲਕੁਲ, ਤੁਸੀਂ ਕੋਈ ਵੀ ਡਿਪਾਰਟਮੈਂਟ 'ਚ ਕਿਸੇ ਵੀ ਤਰੀਕੇ ਦਾ ਟ੍ਰੀਟਮੈਂਟ ਚੈੱਕ ਕਰੋਗੇ, ਆਈ ਥਿੰਕ ਵੀ ਆਰ ਐਟ ਪਾਰ ਵਿਦ ਐਨੀ ਵਰਲਡ ਕਲਾਸ ਕੈਂਸਰ ਕੇਅਰ ਡਿਲੀਵਰਿੰਗ ਹਸਪੀਟਲ। ਕੀ ਬਾਤ। ਜੋ ਹਸਪੀਟਲ ਵਰਲਡ ਕਲਾਸ ਕੈਂਸਰ ਕੇਅਰ ਦੇ ਰਹੇ हैं ਜਾਂ ਕਿਸੇ ਵੀ ਤਰੀਕੇ ਦਾ ਵਰਲਡ ਕਲਾਸ ਟ੍ਰੀਟਮੈਂਟ ਦੇ ਰਹੇ हैं, ਸੋਹਾਣਾ ਹਸਪੀਟਲ 'ਚ ਟ੍ਰੀਟਮੈਂਟ ਮੌਜੂਦ ਹੈ। ਅਗਰ ਮੈਂ ਕੈਂਸਰ ਦੀ ਗੱਲ ਕਰਾਂ ਤਾਂ ਸ਼ੁਰੂਆਤ ਤੋਂ ਲੈ ਕੇ ਫਰੋਮ ਡਾਇਗਨੋਸਿਸ ਟੂ ਸਟੇਜਿੰਗ ਟੂ ਸਰਜਰੀ ਟੂ ਟ੍ਰੀਟਮੈਂਟ ਟੂ ਰੇਡੀਏਸ਼ਨ, ਅਲੱਗ-ਅਲੱਗ ਸਟੈਪਸ ਦੀ ਗੱਲ ਕਰੀਏ ਤਾਂ ਸਾਰਾ ਟ੍ਰੀਟਮੈਂਟ ਇੱਕੇ ਥਾਂ ਤੇ, ਜਿਹਨੂੰ ਅਸੀਂ ਕਹਿੰਦੇ ਹਾਂ ਕੰਪਰੀਹੈਂਸਿਵ ਕੈਂਸਰ ਕੇਅਰ, ਇਟ ਇਜ਼ ਅਵੇਲੇਬਲ। ਸ਼ੁਰੂਆਤ ਤੋਂ ਅਗਰ ਡਾਇਗਨੋਸਿਸ ਜਾਂ ਸਟੇਜਿੰਗ ਦੀ ਗੱਲ ਕਰੀਏ ਤਾਂ ਪੈਟ ਸਕੈਨ ਦੀ ਫੈਸਿਲਿਟੀ, ਅਸੀਂ ਪਿੱਛੇ ਵੀ ਗੱਲ ਕਰ ਰਹੇ ਸੀ ਕਿ ਸਟੈਪ ਵਾਈਜ਼ ਮੈਨਰ 'ਚ ਅਸੀਂ 2019 ਤੋਂ ਸ਼ੁਰੂਆਤ ਕੀਤੀ ਤੇ ਅੱਜ 2021 'ਚ ਦੀ ਲੇਟੈਸਟ ਬ੍ਰਾਂਡ ਨਿਊ ਮਸ਼ੀਨ ਜੋ ਹੈ ਅਸੀਂ ਇੰਸਟਾਲ ਕੀਤੀ ਤੇ ਉਹਦੇ ਥਰੂ ਵੀ ਤੁਸੀਂ ਅਗਰ ਜੋ ਆਪਾਂ ਕਿਫਾਇਤੀ ਦਰਾਂ ਦੀ ਗੱਲ ਕਰ ਰਹੇ ਸੀਗੇ ਜੀ, ਮੈਂ ਨਾਮ ਨਹੀਂ ਲਵਾਂਗਾ, ਬਟ ਤੁਸੀਂ ਕਿਸੇ ਵੀ ਹੋਰ ਹਸਪੀਟਲ ਨਾਲ, ਇਨਫੈਕਟ ਤੁਸੀਂ ਗਵਰਨਮੈਂਟ ਸੈਂਟਰਸ ਨਾਲ ਵੀ ਚੈੱਕ ਕਰੋਗੇ ਤਾਂ ਆਈ ਥਿੰਕ ਆਵਰ pricing is the minimum in the Tri-City। ਕੀ ਬਾਤ ਹੈ। ਰਿਪੋਰਟ ਨੈਕਸਟ ਡੇ। ਸੋ ਆਪਾਂ ਕੋਸ਼ਿਸ਼ ਇਹ ਕਰਦੇ ਹਾਂ ਕਿ ਪੇਸ਼ੈਂਟ ਦਾ ਜਲਦੀ ਡਾਇਗਨੋਸਿਸ ਹੋਏ, ਕਿਉਂਕਿ ਕੈਂਸਰ ਟ੍ਰੀਟਮੈਂਟ 'ਚ ਟਾਈਮ ਹੀ ਸਭ ਕੁਝ ਹੈ। ਬਿਲਕੁਲ ਠੀਕ ਹੈ। ਸੋ ਅਗਰ ਪੇਸ਼ੈਂਟ ਦਾ ਜਲਦੀ ਡਾਇਗਨੋਸਿਸ ਹੋਏਗਾ, ਟ੍ਰੀਟਮੈਂਟ ਹੋਏਗਾ, ਨੈਚੁਰਲੀ ਅੱਗੇ ਆਪਾਂ ਐਡਵਾਂਸਮੈਂਟਸ ਦੀ ਗੱਲ ਕਰੀਏ, ਸਰਜਰੀ 'ਚ ਵੀ ਉਹ ਐਡਵਾਂਸਮੈਂਟਸ ਹੋਈਆਂ ਨੇ। ਤੁਹਾਨੂੰ ਪਤਾ ਹੋਏਗਾ ਲਾਸਟ ਈਅਰ ਅਸੀਂ ਰੋਬੋਟਿਕ ਪ੍ਰੋਗਰਾਮ, ਸਰਜਰੀ ਪ੍ਰੋਗਰਾਮ ਵੀ ਐਡ ਕਰਿਆ ਆਪਣੀ ਟੀਮ 'ਚ। ਮੈਂ ਉਹੀ ਸਵਾਲ ਪੁੱਛਣਾ ਸੀਗਾ ਅਗਲਾ ਤੁਹਾਡੇ ਤੋਂ, ਕਿਉਂਕਿ ਜੋ ਮੈਂ ਪਹਿਲਾਂ ਐਪੀਸੋਡ ਕੀਤਾ ਸੀਗਾ, ਆਈ ਸਰਜਨ ਸੀਗੇ ਜਿਹੜੇ, ਉਹਨਾਂ ਨੇ ਵੀ ਕਿ ਹੁਣ ਜਿਹੜੀ ਇੱਕ ਨਵੀਂ ਮੈਡੀਕਲ ਲਾਈਨ ਦੇ ਵਿੱਚ ਕ੍ਰਾਂਤੀ ਆਈ ਹੈ, ਰੋਬੋਟਿਕ ਸਿਸਟਮ ਆਇਆ, ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਮੈਨੂਅਲ ਤੇ ਰੋਬੋਟਿਕ ਦੇ ਵਿੱਚ ਕੀ ਅੰਤਰ ਕੀ ਹੈਗਾ, ਕਿਉਂ ਤੁਸੀਂ ਰੋਬੋਟਿਕ ਨੂੰ ਬੈਸਟ ਮੰਨਦੇ ਹੋ? ਸੋ ਪਹਿਲੀ ਚੀਜ਼, ਰੋਬੋਟਿਕਸ ਦੇ ਅੰਦਰ ਇਹ ਮਿਥ ਹੈ ਕਿ ਰੋਬੋਟ ਸਰਜਰੀ ਕਰਦਾ ਹੈ, ਸਰਜਰੀ ਡਾਕਟਰ ਹੀ ਕਰੇਗਾ। ਅੱਛਾ। ਉਹ ਮਸ਼ੀਨ ਇੱਕ ਇਸ ਤਰੀਕਾ ਦੀ ਹੈ ਜਿਹਨੂੰ ਚਲਾਏਗਾ ਡਾਕਟਰ। ਮੈਂ ਲੋਕੀ ਡਰ ਜਾਂਦੇ ਨੇ ਕਿ ਹੈ ਤਾਂ ਮਸ਼ੀਨ ਹੀ ਹੈ ਨਾ, ਹੈ ਤਾਂ ਮਸ਼ੀਨ, ਕਿ ਮਸ਼ੀਨ ਸਰਜਰੀ ਕਰ ਰਿਹਾ, ਬਟ ਇਟ ਇਜ਼ ਨਾਟ। Okay, operated by doctor। Operated by doctor and to those areas, ਇਹੋ ਜਿਹੇ ਏਰੀਆ ਜਿਵੇਂ ਪੈਲਵਿਸ ਹੈ, ਪੈਲਵਿਕ ਕੈਵਿਟੀ ਹੈ, ਪ੍ਰੋਸਟੈਟਿਕ ਕੈਂਸਰਸ ਹੈ, ਗਾਇਨਿਕ ਕੈਂਸਰਸ ਹੈ, ਜਿਹਦੇ ਚ ਕੀ ਮਨੂਵਰ, ਤੁਸੀਂ ਹੱਥ ਦਾ ਮੈਨੀਪੂਲੇਸ਼ਨ ਦੀ ਅਗਰ ਗੱਲ ਕਰੋਗੇ, ਇਟ ਇਜ਼ ਵੈਰੀ ਡਿਫਿਕਲਟ ਟੂ ਮੂਵ ਇਨ ਅ ਸਮਾਲ ਸਪੇਸ। ਛੋਟੀ ਜਗ੍ਹਾ ਤੇ ਹੱਥ ਦਾ ਮੈਨੀਪੂਲੇਸ਼ਨ ਜਾਂ ਸਕਿੱਲ ਉਹਨਾਂ ਅੱਛਾ ਨਹੀਂ ਹੈ ਜਿੰਨਾ ਇੱਕ ਰੋਬੋਟ ਦਾ ਹੈ। ਸੋ ਨੈਚੁਰਲੀ ਰੋਬੋਟ ਨਾਲ ਉਹ ਐਜ ਮਿਲਦਾ ਹੈ ਕਿ ਤੁਸੀਂ ਡਿਫਿਕਲਟ ਜਗ੍ਹਾ ਤੇ ਜਿਵੇਂ ਜਾ ਕੇ ਸਰਜਰੀ ਕਰ ਸਕਦੇ ਹੋ in a very precise manner। in a precise manner and secondly patient ਦਾ ਰਿਕਵਰੀ ਬਹੁਤ ਅੱਛਾ ਹੈ, ਜਿਹਦੇ ਥਰੂ ਕਿ ਪੂਰਾ ਚੀਰਾ ਲਗਾਉਣ ਦੀ ਜ਼ਰੂਰਤ ਨਹੀਂ ਹੈ, 4 ਪੋਰਟ ਲੱਗਦੇ ਹੈ ਤੇ ਉਹਦੇ ਥਰੂ ਹੀ ਸਾਰਾ ਸਰਜਰੀ ਹੋ ਜਾਂਦਾ। ਬਿਲਕੁਲ ਠੀਕ। ਡਾਕਟਰ ਸਾਹਿਬ, ਮੈਨੂੰ ਇੱਕ ਗੱਲ ਚੰਗੀ ਤਰ੍ਹਾਂ ਯਾਦ ਹੈ, ਕਿਉਂਕਿ ਮੈਨੂੰ ਵੀ ਬਹੁਤ ਲੰਬਾ ਸਮਾਂ ਹੋ ਗਿਆ, 18-19 ਸਾਲ ਮੀਡੀਆ ਲਾਈਨ ਦੇ ਵਿੱਚ। ਪਹਿਲਾਂ ਜਿਹੜੇ ਹਸਪੀਟਲ, ਪ੍ਰਾਈਵੇਟ ਹਸਪੀਟਲਸ ਨੇ, ਉਹ ਕੈਂਸਰ ਟ੍ਰੀਟਮੈਂਟ ਦੇ ਵਿੱਚ ਜਲਦੀ ਹੱਥ ਨਹੀਂ ਪਾਉਂਦੇ ਸੀਗੇ। ਉਹਦਾ ਇੱਕ ਰੀਜ਼ਨ ਇਹ ਸਮਝ ਆਉਂਦਾ ਸੀਗਾ ਕਿ ਤੁਹਾਨੂੰ ਬਹੁਤ ਜ਼ਿਆਦਾ ਇਕਵਿਪਮੈਂਟਸ ਦੀ ਲੋੜ ਹੈ, ਤੁਹਾਨੂੰ ਸਪੇਸ ਦੀ ਲੋੜ ਹੈ, ਤੁਹਾਨੂੰ ਇਨਫਰਾਸਟ੍ਰਕਚਰ ਦੀ ਲੋੜ ਹੈ, ਹਾਈਲੀ ਪੇਡ ਇਨਫਰਾਸਟ੍ਰਕਚਰ ਦੀ ਲੋੜ ਹੈ। ਪਰ ਹੁਣ ਉਹ ਚੀਜ਼ਾਂ ਜਿਹੜੀਆਂ ਉਹ ਥੋੜ੍ਹੀਆਂ ਜਿਹੀਆਂ ਡਾਇਵਰਟ ਹੋਣ ਸ਼ੁਰੂ ਹੋ ਗਈਆਂ, ਕਿਉਂਕਿ ਸਾਰਾ ਬੋਝ ਪੈ ਜਾਂਦਾ ਸੀਗਾ ਵੱਡੇ ਗਵਰਨਮੈਂਟ ਹਸਪੀਟਲਸ ਦੇ ਵਿੱਚ ਜਾਂ ਰਿਸਰਚ ਸੈਂਟਰਸ ਦੇ ਵਿੱਚ। ਹੁਣ ਉੱਥੇ ਜੇ ਕੋਈ ਜਾਂਦਾ ਤਾਂ ਉਹਨੂੰ 3 ਮਹੀਨੇ ਦਾ ਟਾਈਮ ਜਾਂ 4 ਮਹੀਨੇ ਦਾ ਟਾਈਮ ਟੈਸਟ ਕਰਾਉਣ ਦੇ ਲਈ ਵੀ ਲੱਗ ਜਾਂਦਾ। ਮੈਂ ਜਿਵੇਂ ਪਹਿਲਾਂ ਕਿਹਾ ਕਿ ਬਿਮਾਰੀ ਤਾਂ ਇੰਨੀ ਸੀ, 4 ਮਹੀਨੇ ਦੇ ਵਿੱਚ ਵੱਧ ਕੇ ਇੰਨੀ ਹੋ ਗਈ। ਹੁਣ ਉਹ ਜਿਹੜੀ ਮਿੱਥ ਹੈ ਉਹ ਟੁੱਟਣ ਲੱਗ ਗਈ ਹੈ ਕਿ ਲੋਕ ਆਉਣ ਲੱਗ ਗਏ ਨੇ ਕਿ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਵੀ ਹੁਣ ਚੰਗਾ ਇਲਾਜ ਮਿਲਣ ਲੱਗ ਗਿਆ। ਬਿਲਕੁਲ, ਆਈ ਥਿੰਕ ਜਿੱਦਾਂ ਟੈਕਨੋਲੋਜੀ ਹਰ ਹਸਪੀਟਲ ਆਪਣੇ ਆਪ ਨੂੰ ਅਪਗ੍ਰੇਡ ਕਰਤਾ ਹੈ, ਤਾਂ ਸੋਹਾਣਾ ਹਸਪੀਟਲ ਨੂੰ ਵੀ ਆਪਣੇ ਆਪ ਨੇ ਅਪਗ੍ਰੇਡ ਕੀਤਾ। ਉਸ ਲੈਵਲ ਤੱਕ ਅਸੀਂ ਲੈ ਕੇ ਆਏ ਆਪਣੇ ਹਸਪੀਟਲ ਨੂੰ, ਪਹੁੰਚਾਇਆ ਹੈ ਕਿ ਤਾਂ ਕਿ ਹਰ ਚੀਜ਼, ਮੈਂ ਜਿੱਦਾਂ ਪਹਿਲੇ ਕਹਿ ਰਿਹਾ ਸੀ ਕਿ ਐਵਰੀਥਿੰਗ ਅੰਡਰ ਵਨ ਰੂਫ, ਸਾਰਾ ਕੁਝ ਪੇਸ਼ੈਂਟ ਆਇਆ ਤਾਂ ਉਹਦਾ ਬਲੱਡ ਇਨਵੈਸਟੀਗੇਸ਼ਨਸ, ਪੈਟ ਸਕੈਨ, ਸਰਜਰੀ, ਮੈਡੀਕਲ ਔਨਕੋਲੋਜੀ, ਟਾਰਗੇਟ, everything under one roof।
ਅਸੀਂ ਕੋਸ਼ਿਸ਼ ਇਹੀ ਕਰਦੇ ਹਾਂ ਕਿ ਪੇਸ਼ੈਂਟ ਨੂੰ ਡਿਪਾਰਟਮੈਂਟ ਟੂ ਡਿਪਾਰਟਮੈਂਟ ਸ਼ਫਲ ਨਾ ਕਰਨਾ ਪਏ। ਔਰ ਸੈਕੰਡਲੀ ਇਹ ਇੱਕ ਚੀਜ਼ ਹੈ ਕਿ ਜਿਹਦੇ ਅੰਦਰ ਆਪਾਂ ਸਿਰਫ ਕੈਂਸਰ ਦਾ ਇੱਕ ਪਾਰਟ ਦੇਖ ਰਹੇ ਹਾਂ ਜੀ ਲੇਕਿਨ ਇਹੋ ਜਿਹੇ ਪੇਸ਼ੈਂਟਸ ਆਉਂਦੇ ਆ ਜੋ ਬਜ਼ੁਰਗ ਨੇ, ਕਿਸੇ ਨੂੰ ਡਾਇਬੀਟੀਜ਼ ਵੀ ਹੈ, ਕਿਸੇ ਨੂੰ ਕਾਰਡਿਕ ਪ੍ਰੋਬਲਮ ਵੀ ਹੈ, ਕਿਸੇ ਨੂੰ ਹਾਈਪਰਟੈਂਸ਼ਨ ਹੈ, ਕੋਈ ਡਾਇਲਿਸਿਸ ਤੇ ਹੈ। ਸੋ ਨੈਚੁਰਲੀ ਤੁਹਾਨੂੰ ਉਹ ਮਲਟੀ ਡਿਸਪਲਿਨਰੀ ਅਪਰੋਚ ਦੀ ਵੀ ਜ਼ਰੂਰਤ ਹੈ ਕਿ ਤੁਹਾਨੂੰ ਬਾਕੀ ਟੀਮਸ ਨੂੰ ਵੀ ਇਨਵੋਲਵ ਕਰਕੇ। ਸੋ इट इज नॉट अबाउट कि सिर्फ कैंसर है या नहीं, इट इज अबाउट कि यार आपको जो बाकी चीजें चाहिए, कार्डियोलॉजी चाहिए, वो भी तो ਉੱਥੇ ਮਿਲ ਜਾਣਾ। यस यू हैव टू बी लाइक कि अगर किसी पेशेंट ਨੂੰ ਸਪੋਰਟਿਵ ਡਿਪਾਰਟਮੈਂਟ ਦੀ ਵੀ ਜ਼ਰੂਰਤ ਹੈ ਸੋ ਦੇ ਪਲੇ देयर ਪਾਰਟ। ਬਿਲਕੁਲ ਠੀਕ ਹੈ। ਮੈਂ ਹਸਪੀਟਲ ਦੇ ਵਿੱਚ ਵਿਜ਼ਿਟ ਕਰ ਚੁੱਕਿਆ, ਮਸ਼ੀਨਰੀ ਦੇਖ ਕੇ ਤੁਹਾਡੇ ਇੱਕ ਵਾਰ ਰੌਂਗਟੇ ਖੜੇ ਹੋ ਜਾਂਦੇ ਨੇ, ਇੰਨੀ ਕਮਾਲ ਦੀ ਮਸ਼ੀਨਰੀ ਹੈਗੀ ਹੈ। ਸਰ ਉਦੋਂ ਆਪਾਂ ਇੱਕ ਜ਼ਿਕਰ ਟਿਊਮਰ ਬੋਰਡ ਦਾ ਵੀ ਕੀਤਾ ਸੀ, ਉਹ ਥੋੜਾ ਜਿਹਾ ਮੈਨੂੰ ਦੱਸੋਗੇ ਵਾਟ ਇਜ਼ ਦਿਸ ਟਿਊਮਰ ਬੋਰਡ ਕੀ ਹੈ? ਸੋ ਟਿਊਮਰ ਬੋਰਡ ਚ ਅਸੀਂ ਸਭ ਲੋਗ ਜਿੰਨੇ ਡਾਕਟਰਸ हैं आई थिंक फ्रॉम सर्जरी, मेडिकल ऑन्कोलॉजी, रेडिएशन ऑन्कोलॉजी, पैथोलॉजी, रेडियोलॉजी एंड न्यूक्लियर मेडिसिन। सो ये बेसिकली 5 या 6 डिपार्टमेंट ने जिदा एक पेशेंट दे ट्रीटमेंट प्लानिंग च बहुत महत्वपूर्ण रोल ਹੁੰਦਾ। सपोज किसी बायोप्सी च कोई डिस्क्रिपेंसी है कि ट्यूमर ਦਾ ਟਾਈਪ ਇਹੀ ਹੈ, ਇਹਦੇ ਮੁਤਾਬਿਕ ਇਹੀ ਦਵਾਈਆਂ ਦਿੱਤੀਆਂ ਜਾਣੀਆਂ ਚਾਹੀਦੀਆਂ। ਸੋ ਇਹ 1 to 1 ਡਿਸਕਸ ਕਰਕੇ ਹੀ ਪਤਾ ਚੱਲਦਾ ਪੋਸੀਬਲ ਹੁੰਦਾ। ਸੋ and this help us to gain the confidence of the patient Exactly. himself or herself। उसको day 1 से पूरा के पूरा प्लान पता होता है कि what I am going to undergo। ਸੋ ਟਿਊਮਰ ਬੋਰਡ ਦੇ ਤਹਿਤ ਅਸੀਂ 7 ਜਾਂ 8 ਡਾਕਟਰਸ ਇੱਕ ਪਾਰਟਿਕੂਲਰ ਡੇ ਤੇ ਇੱਕ ਪਾਰਟਿਕੂਲਰ ਕੇਸ ਦੇ ਬਾਰੇ ਡਿਸਕਸ ਕਰਦੇ ਹਾਂ, ਜਿਹਦੇ ਚ ਕਿ ਉਹਦੇ ਸਕੈਨਸ, ਉਹਦੀ ਹਿਸਟੋਪੈਥੋਲੋਜੀ ਰਿਪੋਰਟ, ਉਹਦੀ ਸਟੇਜਿੰਗ, ਅਕੋਰਡਿੰਗਲੀ ਕੀ ਟ੍ਰੀਟਮੈਂਟ ਹੋਣਾ ਚਾਹੀਦਾ ਹੈ, ਕਿ ਇਸ ਪੇਸ਼ੈਂਟ ਨੂੰ ਪਹਿਲੇ ਸਰਜਰੀ ਕਰਕੇ ਜ਼ਿਆਦਾ ਬੈਨੀਫਿਟ ਹੈ ਜਾਂ ਸਰਜਰੀ ਨਹੀਂ ਕਰਕੇ ਪਹਿਲੇ ਟਿਊਮਰ ਨੂੰ ਡਾਊਨ ਸਟੇਜ ਕਰਨਾ ਹੈ, ਪਹਿਲੇ ਕੀਮੋ ਦੇ ਕੇ ਉਹਨੂੰ ਸ਼੍ਰਿੰਕ ਕਰਕੇ ਬਾਅਦ ਚ ਸਰਜਰੀ ਕੀਤੀ ਜਾਏ। ਸੋ ਕੈਂਸਰ ਟ੍ਰੀਟਮੈਂਟ ਚ ਯੂ ਹੈਵ ਗਾਟ ਓਨਲੀ 1 ਸ਼ਾਟ ਐਂਡ that has to be the best। ਬਿਲਕੁਲ ਠੀਕ। ਸੋ ਉਹਦੇ ਤਹਿਤ ਇਹ ਟਿਊਮਰ ਬੋਰਡ ਦਾ ਕਨਸੈਪਟ ਡਿਵੈਲਪ ਹੋਇਆ ਕਿ ਜੋ ਮਰੀਜ਼ ਨੂੰ ਚਾਹੀਦਾ ਉਹ 1 ਸ਼ਾਟ ਵਿੱਚ ਬੈਸਟ ਕਿਵੇਂ ਦਿੱਤਾ ਜਾ ਸਕਦਾ। ਹਾਂ, ਮੈਂ ਉਹੀ ਪੁੱਛ ਰਿਹਾ ਸੀ ਕਿ ਜ਼ਰੂਰਤ ਤੇ ਸਟੇਜਿੰਗ, ਇਹ ਦੋ ਚੀਜ਼ਾਂ ਕੈਂਸਰ ਟ੍ਰੀਟਮੈਂਟ ਦੇ ਵਿੱਚ ਬੜਾ ਅਹਿਮ ਰੋਲ ਅਦਾ ਕਰਦੀਆਂ। ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਮਤਲਬ। ਬਿਲਕੁਲ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ। ਔਰ ਸੈਕੰਡਲੀ ਇਹਦੇ ਚ ਹਮੇਸ਼ਾ ਇੱਕ ਇੰਟਰ ਡਿਪਾਰਟਮੈਂਟਲ ਕੋਆर्डिनेशन भी रहता कि सपोज किसी का मैंने सर्जरी कराना है तो ऐसा नहीं है कि मैं पहले 4 कीमो दे दूंगा, बाद में पेशेंट को बोलूंगा नहीं आप भैया आपको सर्जरी डिपार्टमेंट में जाना। सर्जन शुड ऑल्सो नो व्हेन पेशेंट इज गोना कम टू मी, कब मेरे पास मरीज आएगा, उसका ये रिजल्ट आना चाहिए जब मैं आगे सर्जरी के लिए जा सकता हूँ। सो वो एक इंटर डिपार्टमेंट कोऑर्डिनेशन जो चाहिए वो बहुत जरूरी है, वो बहुत जरूरी है। और वो ट्यूमर बोर्ड के तहत बैठ के 7-8 ਡਾਕਟਰਸ ਜੋ ਵੀ ਟੀਮ ਚ ਹੈਗੇ ਆ ਉਹ ਬੈਠ ਕੇ ਇੱਕ ਮਰੀਜ਼ ਤੇ ਡਿਸੀਜਨ ਦਿੰਦੇ ਆ ਵੀ ਇਹਦਾ ਪਲੈਨਿੰਗ ਟ੍ਰੀਟਮੈਂਟ ਦਾ ਇਸ ਤਰੀਕੇ ਨਾਲ ਹੋਣਾ ਚਾਹੀਦਾ ਰਾਦਰ ਦੈਨ ਕਿ ਉਹ इधर उधर ट्रीटमेंट इज इन अ हैफाजर्ड वे Yes, कि यार हैफाजर्ड पहले किसी ने कुछ करता फिर बाद में किसी ने कुछ कर दिया, वो ना करके एक Suppose the कोऑर्डिनेटेड patient मैनर has में to undergo all the 3 treatment, मतलब वो पेशेंट का कीमो भी होना है, सर्जरी भी होना है, रेडिएशन भी होना है, तो that is decided on the day first itself। yes 7-8 doctors a team sit together and plan it out and explain it to the patient कि first initially आपका पहले कीमो होगा, 3-4 महीने चलेगा, उसके बाद आपकी सर्जरी होनी है और उसके बाद विल प्रोसीड विद रेडिएशन। सो अगर इनोवेशंस ਦੀ ਗੱਲ ਕਰੀਏ ਤਾਂ ਜਿੱਦਾਂ ਰੇਡੀਏਸ਼ਨ ਚ ਇਨੋਵੇਸ਼ਨ ਆਇਆ ਹੈ, ਉਹਦੇ ਤਹਿਤ ਅਸੀਂ ਆਪਣੇ ਰੇਡੀਏਸ਼ਨ ਡਿਪਾਰਟਮੈਂਟ ਚ ਵਨ ਆਫ ਦੀ ਲੇਟੈਸਟ ਲੀਨੀਅਰ ਐਕਸੀਲਰੇਟਰ ਜਿਹਨੂੰ ਕਹਿੰਦੇ ਵੇਰੀਐਂਟ ਟਰੂ ਬੀਮ, अच्छा ਉਹ ਇੱਕ ਤਰੀਕੇ ਦੀ ਮਸ਼ੀਨ ਹੈ ਜੋ ਯੂਐਸ ਤੋਂ ਇੰਪੋਰਟਡ ਮਸ਼ੀਨ ਹੈ ਕਿਆ ਐਂਡ ਬਾਤ ਇਟ ਇਜ਼ ਵਨ ਆਫ ਦੀ ਬੈਸਟ ਇਨ ਨਾਟ ਇਵਨ ਇਨ ਟਰਾਈ ਸਿਟੀ, ਤੁਸੀਂ ਕਹਿ ਸਕਦੇ ਹੋ ਐਂਟਾਇਰ ਨਾਰਥ ਵਾਹ ਇੰਡੀਆ ਚ ਇਟ ਇਜ਼ ਵਨ ਆਫ ਦੀ ਦੋਜ਼ ਮਸ਼ੀਨ ਜਿਹੜੇ ਬੜੇ ਲਿਮਿਟਿਡ ਸੈਂਟਰਸ ਤੇ ਹੈ। ਉਹ ਤੁਹਾਡੇ ਕੋਲ ਮੌਜੂਦ ਹੈ ਜੀ, ਸਾਡੇ ਕੋਲ ਮੌਜੂਦ ਹੈ। ਔਰ ਇਸ ਮਸ਼ੀਨ ਦੇ ਤਹਿਤ ਡਿਫਰੈਂਟ ਮੋਡੈਲਿਟੀਜ਼ ਅਸੀਂ ਯੂਜ਼ ਕਰਦੇ ਹਾਂ, IMRT, IGRT, VMAT, SBRT, ਇਹੋ ਜਿਹੇ ਲੋਕੇਸ਼ਨਸ ਤੇ ਤੁਸੀਂ ਰੇਡੀਏਸ਼ਨ ਪੇਸ਼ੈਂਟਸ ਨੂੰ ਦੇ ਸਕਦੇ ਹੋ ਜਿੱਥੇ ਕਿ ਹਿਊਮਨ ਹੈਂਡ ਨਹੀਂ ਪਹੁੰਚ ਸਕਦਾ। ਜਿੱਦਾਂ ਕਿ ਬ੍ਰੇਨ 'ਚ ਕੋਈ ਛੋਟਾ ਜਿਹਾ ਟਿਊਮਰ ਹੈ, ਅਗਰ ਤੁਸੀਂ ਉਹਨੂੰ ਟਾਰਗੇਟ ਕਰਨਾ ਹੈ ਤਾਂ ਉਹ SBRT ਦੇ ਥਰੂ ਪੋਸੀਬਲ ਹੈ ਇਸ ਮਸ਼ੀਨ ਦੇ ਦੁਆਰਾ। ਸੋ ਰੇਡੀਏਸ਼ਨ ਔਨਕੋਲੋਜੀ 'ਚ ਵੀ ਸਾਡੇ ਕੋਲ ਇੱਕ ਐਜ ਹੈ ਜਿਹਦੇ ਥਰੂ ਕਿ ਵੇਰੀਐਂਟ ਟਰੂ ਬੀਮ ਦੇ ਦੁਆਰਾ ਤੁਸੀਂ ਰੇਡੀਏਸ਼ਨਸ ਨਾਲ ਵੀ ਪੇਸ਼ੈਂਟ ਦਾ ਟਿਊਮਰ ਠੀਕ ਕਰ ਸਕਦੇ ਹੋ। ਇਹ ਬਹੁਤ ਵੱਡੀ ਗੱਲ ਹੈ। ਨਾਲ ਇੱਕ ਗੱਲ ਹੋਰ ਮੈਂ ਤੁਹਾਡੇ ਤੋਂ ਪੁੱਛਣਾ ਚਾਹਨਾ, ਟਾਰਗੇਟਡ ਥੈਰੇਪੀ ਬਾਰੇ ਪਹਿਲਾਂ ਤੁਸੀਂ ਜ਼ਿਕਰ ਕਰ ਰਹੇ ਸੀ, ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓਗੇ? सर एक्चुअली ऑन्कोलॉजी ना पूरा डायनेमिक स्टडी है, इट कीप्स ऑन डेवलपिंग। सो रिसेंटली अगर हम पास डिकेड की बात करें तो इतना डेवलपमेंट नहीं था, पर रिसेंटली सम ऑफ द मॉलिक्यूल्स एज अ टारगेटेड थेरेपी हैज बीन प्रपोज्ड।
कुछ कुछ कैंसर होता है जिसमें टिपिकल म्यूटेशन फाइंड आउट होता है जी। डायग्नोस्टिकली, एंड अगेंस्ट देम टारगेटेड थेरेपी हैव बीन डेवलप्ड. सो सोहाना हॉस्पिटल स्टैंड्स फॉर दैट कि जहाँ पे सारी टारगेटेड थेरेपी फॉर अ स्पेसिफिक म्यूटेशन इन any of the cancer is available, and this is the recent innovation. क्या बात है। ਅਗਰ ਇੱਕ ਆਮ ਭਾਸ਼ਾ 'ਚ ਤੁਹਾਨੂੰ ਸਮਝਾਵਾਂ ਤਾਂ ਜਿੱਦਾਂ ਕਿ ਹਰ ਬਿਜਲੀ ਦਾ ਇੱਕ ਸਵਿਚ ਹੈ, ਤੁਸੀਂ ਸਵਿਚ ਔਨ ਕਰੋਗੇ ਤਾਂ ਲਾਈਟ ਜਲੇਗੀ. ਹਰ ਕੈਂਸਰ ਨੂੰ ਇਨਕਰੀਜ਼ ਕਰਨ ਵਾਲਾ, ਕੈਂਸਰ ਦੇ ਸੈੱਲ ਨੂੰ ਪ੍ਰੋਲੀਫਰੇਟ ਕਰਨ ਵਾਲਾ ਇੱਕ ਸਵਿਚ ਹੈ ਜੋ ਹਰ ਟਿਊਮਰ 'ਚ ਅਲੱਗ-ਅਲੱਗ ਹੋਏਗਾ. ਸੋ ਉਹ ਸਵਿਚ ਨੂੰ ਬੇਸਿਕਲੀ ਉਹ ਰਿਸੈਪਟਰਸ ਹੈ ਜਿਹਦੇ ਬਾਰੇ ਮੈਡਮ ਕਹਿ ਰਹੇ ਸੀ ਕਿ ਜੀਨੋਮਿਕ ਮਾਰਕਰਸ ਹੈ ਜੋ ਤੁਸੀਂ ਟਿਊਮਰ ਟਿਸ਼ੂ ਤੇ ਚੈੱਕ ਕਰਕੇ ਇੱਕ ਪਰਸਨਲਾਈਜ਼ਡ ਤੇ ਪ੍ਰੀਸਾਈਜ਼ ਟ੍ਰੀਟਮੈਂਟ ਪੇਸ਼ੈਂਟ ਨੂੰ ਦੇ ਸਕਦੇ ਹੋ, ਤਾਂ ਕਿ ਹਰ ਪੇਸ਼ੈਂਟ ਨੂੰ कि आज तो 10 साल पहला सब नु ब्लैंकेट ट्रीटमेंट कीमोथेरेपी यस अब नहीं है ऐसा कि यार सर हर मरीज हर एक नु लोड भी नहीं है, हर किसी ने कोई जरूरत नहीं है. सो ऐसे पेशेंट जिसके अंदर कोई एक पर्टिकुलर म्यूटेशन है, कोई एक ऐसा जीनोमिक मार्कर है जिसके तहत के कीमोथेरेपी ना दे करके एक टैबलेट के द्वारा एक अच्छा इलाज मरीज को दिया जा सकता है विद क्वालिटी ऑफ लाइफ. क्या बात है. आई थिंक वो एक मेडिकल एडवांसमेंट भी है और उस तरीके का ट्रीटमेंट आज सुहाना हॉस्पिटल 'ਚ ਵੀ ਮੌਜੂਦ ਹੈ. ਹਾਂ ਬਿਲਕੁਲ. ਆਮ ਤੌਰ ਤੇ ਇੱਕ ਗਿਲਾ ਡਾਕਟਰ ਸਾਹਿਬਾਨਾਂ ਨਾਲ ਵੀ ਰਹਿੰਦਾ ਹੈ, ਪਲੀਜ਼ ਡੋਂਟ ਮਾਈਂਡ, ਕਿ ਹਿਡਨ ਰੱਖੀਆਂ ਜਾਂਦੀਆਂ ਚੀਜ਼ਾਂ, ਛਪਾ ਕੇ ਰੱਖੀਆਂ ਜਾਂਦੀਆਂ ਕਿ ਮਰੀਜ਼ ਨੂੰ ਸਭ ਕੁਝ ਕਲੀਅਰ ਨਹੀਂ ਦੱਸਣਾ, ਸਭ ਕੁਝ ਪਹਿਲਾਂ ਨਹੀਂ ਦੱਸਣਾ, ਮਰੀਜ਼ ਹੋ ਸਕਦਾ ਭੱਜ ਹੀ ਨਾ ਜਾਵੇ, ਮਰੀਜ਼ ਟ੍ਰੀਟਮੈਂਟ ਹੀ ਨਾ ਕਰਾਵੇ. ਇਹ ਅਕਸਰ ਡਾਕਟਰ ਸਾਹਿਬ ਇਹ ਗਿਲਾ ਜ਼ਰੂਰ ਰਹਿੰਦਾ ਹੈ. ਮੈਂ ਨਾਲ ਹੀ ਇੱਕ ਹੋਰ ਸਵਾਲ ਵੀ ਤੁਹਾਡੇ ਤੋਂ ਪੁੱਛਣਾ ਚਾਹਨਾ, ਕੈਂਸਰ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕੈਂਸਰ ਦੇ ਵਿੱਚ ਪਕੜ ਬਹੁਤ ਜ਼ਰੂਰੀ ਹੈ, ਪਤਾ ਹੋਣਾ ਚਾਹੀਦਾ ਕਿ ਇਨੀਸ਼ੀਅਲ ਸਟੇਜ ਦੇ ਵਿੱਚ ਹੀ ਤੁਹਾਡਾ ਕੈਂਸਰ ਜਿਹੜਾ ਪਕੜਿਆ ਗਿਆ. ਕੀ ਇਦਾਂ ਦੇ ਟੂਲਸ ਨੇ, ਕੋਈ ਟੈਸਟ ਨੇ ਜਿੱਥੋਂ ਇਹ ਪਤਾ ਲੱਗ ਸਕੇ ਕਿ ਭਾਈ ਹੁਣ ਕੈਂਸਰ ਹੈਗਾ ਕਿ ਨਹੀਂ ਹੈਗਾ? ਤੁਹਾਡੇ ਕੋਲ ਵੀ ਜਦੋਂ ਕੋਈ ਪੇਸ਼ੈਂਟ ਆਉਂਦਾ ਤਾਂ ਤੁਸੀਂ ਕਿਵੇਂ ਡਿਸਾਈਡ ਕਰਦੇ ਹੋ ਕਿ ਕੀ ਕਰਨਾ ਚਾਹੀਦਾ ਸਾਨੂੰ ਸਭ ਤੋਂ ਪਹਿਲਾਂ? ਸੋ ਜਿੱਦਾਂ ਕਿ ਸਾਡੇ ਕੋਲ ਤਾਂ ਓਨਕੋਲੋਜੀ ਡਿਪਾਰਟਮੈਂਟ 'ਚ ਜੋ ਜਨਰਲੀ ਕੇਸ ਆਉਂਦਾ ਉਹ ਤਾਂ ਡਾਇਗਨੋਸ ਕੇਸ ਹੀ ਹੁੰਦਾ ਹੈ. ਉਹਦੇ ਅੰਦਰ ਤਾਂ ਆਵਰ ਜॉब बिकम्स ईजी कि आपको स्टेजिंग करना है और ट्रीटमेंट डिसाइड करना है. ठीक है. सपोज कोई एक नॉर्मल पेशेंट मेरे पास आता है कि जी मेरी फैमिली में किसी को हो चुका है, मुझे आगे टेस्टिंग करवाना है. सो उसमें बड़ी सारी चीज़ें देखने वाली हैं कि फैमिली में क्या कैंसर हुआ है, कितनी डिग्रीज तक कैंसर गया था, कि फर्स्ट जनरेशन में रुक गया, सेकंड जनरेशन में रुक गया. सो रूटीन टेस्ट की बात करूँ तो ब्लड टेस्ट हैं, स्कैनिंग है, अल्ट्रासाउंड है और सीटी स्कैन है, और पेशेंट का फैमिली हिस्ट्री के अकॉर्डिंग उसका जेनेटिक टेस्टिंग है. सो आजकल जेनेटिक टेस्टिंग भी किया जाता है. जैसे अगर फैमिली में हो चुका है तो देयर आर सर्टेन जीन्स जैसे BRCA1 एंड BRCA2 तो वो पता लग जाता है कि यार अगर एक फैमिली मैंबर ਨੂੰ ਹੋਇਆ ਤਾਂ ਬਾਕੀ ਫੈਮਿਲੀ ਮੈਂਬਰ ਹੋਣ ਦਾ ਕਿੰਨਾ ਰਿਸਕ ਹੈ. ਸੋ ਉਹਦੇ 'ਚ ਥੋੜਾ ਜਿਹਾ ਡਿਟੇਲਡ ਇਵੈਲੂਏਸ਼ਨ ਚਾਹੀਦਾ. ਸਪੋਜ਼ ਕੋਈ ਡਾਇਗਨੋਸ ਕੇਸ ਆਂਦਾ ਉਹਦੇ 'ਚ ਫਿਰ ਅਕੋਰਡਿੰਗਲੀ ਸਪੈਸ਼ਲੀ ਜਿਹੜੇ NRIs ਨੇ, ਬਹੁਤ ਸਾਰੇ NRIs, ਕਿਉਂਕਿ ਅਬਰੋਡ ਦੇ ਵਿੱਚ ਟ੍ਰੀਟਮੈਂਟ ਵੀ ਮਹਿੰਗਾ ਹੈ ਔਰ ਟਾਈਮ ਬਹੁਤ ਲੱਗਦਾ ਹੈ, ਜਿਵੇਂ ਆਪਣੇ ਇੱਥੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਲੱਗਦਾ. ਉਹਨਾਂ ਦੇ ਲਈ ਕੀ ਅਪਰਚੂਨਿਟੀ ਹੈਗੀ ਹੈ ਸੁਹਾਣਾ ਹਸਪੀਟਲਸ ਦੇ ਵਿੱਚ? ਔਰ ਤੁਹਾਡੇ ਕੋਲ ਬਹੁਤ ਸਾਰੇ NRIs ਨੇ ਟ੍ਰੀਟਮੈਂਟ ਕਰਾਇਆ, ਉਹਨਾਂ ਦਾ ਰਿਕਵਰੀ ਰੇਟ ਕੀ ਹੈ? ਥੋੜ੍ਹਾ ਜਿਹਾ ਉਸ ਬਾਰੇ ਵੀ ਦੱਸੋਗੇ? ਸੋ NRIs 'ਚ ਇੱਕ ਚੀਜ਼ ਬੜੀ ਖਾਸ ਹੈ ਕਿਉਂਕਿ ਉਹਨਾਂ ਦਾ ਸਕਰੀਨਿੰਗ ਪ੍ਰੋਗਰਾਮ ਅੱਛਾ ਹੈ ਤਾਂ ਉਹ ਜਲਦੀ ਸਟੇਜਸ 'ਚ ਆ ਜਾਂਦੇ ਹੈ. ਸੋ ਜਲਦੀ ਸਟੇਜਸ 'ਚ ਆ ਜਾਂਦੇ ਹੈ ਤਾਂ ਪਰ ਉਹਨਾਂ ਉੱਥੇ ਦੇ ਮੁਲਕਾਂ 'ਚ, ਬਾਹਰ ਦੇ ਮੁਲਕਾਂ 'ਚ ਲੈਗ ਫੇਜ਼ ਇਸ ਕਰਕੇ ਬਹੁਤ ਜ਼ਿਆਦਾ ਹੈ ਕਿਉਂਕਿ ਹਰ ਇਨਵੈਸਟੀਗੇਸ਼ਨ ਨੂੰ ਟਾਈਮ ਚਾਹੀਦਾ. ਸੀਟੀ ਸਕੈਨ ਵਾਸਤੇ 1 ਮਹੀਨਾ, ਪੈਟ ਸਕੈਨ ਵਾਸਤੇ ਫਿਰ 1.5 ਮਹੀਨਾ, ਬਾਇਓਪਸੀ ਟੇਕਸ ਅਨਦਰ ਫਿਊ ਡੇਜ਼. ਸੋ ਉਹ ਚੀਜ਼ਾਂ ਜੋ ਹੈ ਇੰਡੀਆ 'ਚ ਆ ਕੇ ਉਹ ਸਿਸਟਮ ਇਜ਼ ਸੱਚ ਕਿ ਤੁਸੀਂ ਜਲਦੀ ਡਾਇਗਨੋਸ ਕਰ ਸਕਦੇ ਹੋ, ਸਟੇਜ ਜਲਦੀ ਕਰ ਸਕਦੇ ਹੋ. ਬਟ ਸਾਡਾ ਸਕਰੀਨਿੰਗ ਪ੍ਰੋਗਰਾਮ ਥੋੜਾ ਜਿਹਾ ਬੈਕ ਐਂਡ ਤੇ ਹੈ. ਸੋ ਉੱਥੇ ਡਿਜ਼ੀਜ਼ ਪਕੜੀ ਜਲਦੀ ਜਾਂਦੀ ਹੈ ਲੇਕਿਨ ਟ੍ਰੀਟਮੈਂਟ ਵਾਸਤੇ ਥੋੜਾ ਇੰਤਜ਼ਾਰ ਕਰਨਾ ਪੈਂਦਾ. ਸੋ ਨੈਚੁਰਲੀ ਅਗਰ ਉਹ ਪੇਸ਼ੈਂਟ ਇੰਡੀਆ 'ਚ ਆਉਂਦੇ ਜਾਂ ਚੰਡੀਗੜ੍ਹ ਦੀ ਗੱਲ ਕਰੀਏ, ਸੁਹਾਣਾ ਹਸਪੀਟਲ ਸਾਡੇ ਕੋਲ ਵੀ ਜੋ ਪੇਸ਼ੈਂਟਸ ਆਉਂਦੇ ਨੇ ਉਹਨਾਂ ਦਾ ਟ੍ਰੀਟਮੈਂਟ ਬਹੁਤ ਜਲਦੀ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਆਲਰੇਡੀ आपको पता है कि डायग्नोस केस है, ਇਹਦੇ 'ਚ स्टेजिंग करके ट्रीटमेंट ही डिसाइड करना है. सो नेचुरली फ्रॉम डे 1 स्टेजिंग करके 1 या 2 दिन में रिपोर्ट आता है तो फिर ट्यूमर बोर्ड में डिस्कस करके आगे सीधा ट्रीटमेंट शुरू हो सकता है. सो NRIs वास्ते या फॉरेन कंट्रीज जो लोग रहंदे हैं जिन्हां दा ट्रीटमेंट 'ਚ थोड़ा बहुत डिले है, वो इंडिया 'ਚ ਇਸ अपॉर्चुनिटी ਨੂੰ डेफिनेटली ਸੁਹਾਣਾ हॉस्पिटल ਨੂੰ एक्सप्लोर कर सकते हैं कि ਜਿਹਦੇ 'ਚ ਕੀ एक अच्छा ट्रीटमेंट, अफोर्डेबल ट्रीटमेंट, वर्ल्ड क्लास ट्रीटमेंट एट स्टैंडर्ड रेट्स. क्या बात है. एक मेरा लास्ट सवाल ਜ਼ਰੂਰ ਹੈ, ਥੋੜਾ ਪਰਸਨਲ ਵੀ ਹੈ ਡਾਕਟਰ ਸਾਹਿਬ. ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਬਹੁਤ ਘੱਟ ਚਾਂਸਸ ਹੁੰਦੇ ਆ ਕਿ ਡਾਕਟਰ ਇੰਨੀ ਤਨਦੇਹੀ ਨਾਲ ਕਿਸੇ ਇੱਕ ਹਸਪੀਟਲ ਦੇ ਨਾਲ ਜੁੜੇ ਰਹਿਣ ਕਿ ਉਹ ਸ਼ਿਫਟ ਹੁੰਦੇ ਹੀ ਰਹਿੰਦੇ ਆ. ਅਪਰੋਕਸੀਮੇਟਲੀ ਤੁਹਾਨੂੰ 10 ਸਾਲ ਹੋ ਗਏ ਔਰ ਵਧੀਆ ਗੱਲ ਕੀ ਹੈ, ਦੇਖੋ ਤੁਸੀਂ ਮਾਰਕੀਟ ਦੇ ਵਿੱਚ ਜਾਓ ਤਾਂ ਸੁਪਰ ਸਪੈਸ਼ਲਿਟੀ ਹਸਪੀਟਲ ਮਿਲ ਜਾਣਗੇ ਤੁਹਾਨੂੰ,
ਉਹਨਾਂ ਦੀ ਸ਼ੁਰੂਆਤ ਹੀ ਸੁਪਰ ਸਪੈਸ਼ਲਿਸਟੀ ਤੋਂ ਬਣੀ ਹੋਏਗੀ। ਕਦੇ ਸ਼ਾਇਦ ਬਹੁਤ ਘੱਟ ਤੁਹਾਡੀ ਨੌਲੇਜ 'ਚ ਹੋਏਗਾ ਕਿ ਇੱਕ ਅੱਖਾਂ ਦਾ ਹਸਪਤਾਲ ਸ਼ੁਰੂ ਹੋਇਆ ਹੋਵੇ ਤਾਂ ਕਿੱਥੇ ਜਾ ਕੇ ਪਹੁੰਚਿਆ ਹੋਵੇ। ਰਾਤੋਂ ਰਾਤ ਤਾਂ ਪਹੁੰਚਿਆ ਨਹੀਂ ਜਾ ਸਕਦਾ। ਇਹ ਵਿਸ਼ਵਾਸ ਹੈ, ਮਰੀਜ਼ਾਂ ਦਾ ਵਿਸ਼ਵਾਸ ਹੈ, ਉੱਥੇ ਤੱਕ ਤਾਂ ਹੀ ਪਹੁੰਚਦੇ ਹੋ। ਤਾਂ ਹੀ ਫਿਰ ਡਾਕਟਰ ਸਾਹਿਬ ਵੀ 10 ਸਾਲ ਹੋ ਗਏ ਨੇ। ਡਾਕਟਰ ਸਾਹਿਬ ਥੋੜ੍ਹਾ ਜਿਹਾ ਦੱਸੋਗੇ ਕਿ ਸੋਹਾਣਾ ਹਸਪੀਟਲ ਬਾਕੀ ਹਸਪੀਟਲਸ ਤੋਂ ਕਿਵੇਂ ਤੁਹਾਨੂੰ ਵੱਖਰਾ ਲੱਗਿਆ ਕਿ ਤੁਸੀਂ ਇੱਥੇ 10 ਸਾਲਾਂ ਤੋਂ ਸਰਵਿਸ ਦੇ ਰਹੇ ਹੋ? ਸੋ ਪਹਿਲੀ ਗੱਲ ਤਾਂ ਇਹ ਕਹੂੰਗਾ ਕਿ ਸੋਹਾਣਾ ਹਸਪੀਟਲ ਦਾ ਜੋ ਮੈਨੇਜਮੈਂਟ ਹੈ ਜਾਂ ਜੋ ਟਰਸਟੀਜ਼ ਦਾ ਵਿਸ਼ਵਾਸ ਹੈ ਉਹ ਇਸੇ ਬੇਸਿਸ ਤੇ ਹੈ ਕਿ ਅਸੀਂ ਪੇਸ਼ੈਂਟਸ ਨੂੰ, ਸਾਡੇ ਹਸਪੀਟਲ 'ਚ ਕੋਈ ਪੇਸ਼ੈਂਟ ਆਏ ਤਾਂ ਉਹ ਬਿਨਾਂ ਟ੍ਰੀਟਮੈਂਟ ਕਰਾਏ ਨਾ ਜਾਏ। ਕੀ ਬਾਤ। ਅਗਰ ਉਹਦੇ ਵਿੱਚ ਉਹਦੇ ਕੋਲ ਕੋਈ ਪੈਸੇ ਦੀ ਕਮੀ ਹੈ ਜਾਂ ਨਹੀਂ ਹੋ ਸਕਦਾ ਬਿਕਾਜ਼ ਆਫ ਫਾਈਨੈਂਸ਼ੀਅਲ ਰੀਜ਼ਨਸ, ਉਹਨਾਂ ਨੇ ਸੀਨੀਅਰ ਡਾਕਟਰਸ ਨੂੰ ਵੀ ਅਥਾਰਟੀ ਦਿੱਤੀ ਹੈ ਕਿ ਯਾਰ ਅਗਰ ਤੁਹਾਨੂੰ ਲੱਗਦਾ ਹੈ ਵੀ ਨਹੀਂ ਪੇਸ਼ੈਂਟ ਨਹੀਂ ਕਰਾ ਸਕਦਾ ਤਾਂ ਤੁਹਾਨੂੰ ਇੱਧਰ ਉੱਧਰ ਜਾਣ ਦੀ ਜ਼ਰੂਰਤ ਨਹੀਂ ਹੈ, ਤੁਹਾਨੂੰ ਕਿਸੇ ਟਰਸਟੀ ਨੂੰ ਵੀ ਫੋਨ ਕਰਨ ਦੀ ਜ਼ਰੂਰਤ ਨਹੀਂ ਹੈ। ਇੰਨੇ ਰਾਈਟਸ ਦਿੱਤੇ ਤੁਹਾਨੂੰ? ਉਹਨਾਂ ਨੇ ਰਾਈਟਸ ਦਿੱਤੇ ਹੈ ਕਿ ਨਹੀਂ ਜੀ ਡਾਕਟਰ ਸਾਹਿਬ अगर ਤੁਹਾਨੂੰ ਲੱਗਦਾ ਹੈ पेशेंट जेन्युइन है आप स्ट्रेट फॉरवर्ड उसको, तो शायद वो एक मन च गल है कि नहीं यार एक पेशेंट वास्ते पेशेंट सेंट्रिक जो हॉस्पिटल है ਉਹਦੇ ਚ ਜੋ ਵੀ ਸੇਵਾ ਭਾਵ ਨਾਲ ਅਸੀਂ ਇਲਾਜ ਕਰ ਸਕਦੇ ਹਾਂ। ਡਾਕਟਰ ਪੇਸ਼ੇ ਇੱਕ ਨੋਬਲ ਸਰਵਿਸ ਹੈ ਨਾ, ਉਹ ਚੀਜ਼ ਬਹੁਤ ਜ਼ਰੂਰੀ ਹੈ, ਨਾਲ ਹੋਣੀ ਚਾਹੀਦੀ ਹੈ। ਉਹ ਚੀਜ਼ ਬਹੁਤ ਜ਼ਰੂਰੀ ਹੈ। ਪਹਿਲਾ ਰੀਜ਼ਨ ਇਹ ਹੈ। ਦੂਜਾ ਰੀਜ਼ਨ ਇਹ ਹੈ ਕਿ ਅਸੀਂ ਇੱਕ ਜੋ 2 ਬੈੱਡ ਦੇ ਹਸਪੀਟਲ ਤੋਂ ਇੱਕ ਕੈਂਸਰ ਹਸਪੀਟਲ ਦਾ ਬੂਟਾ ਲਗਾਇਆ ਸੀ, ਸਿਰਫ 2 ਬੈੱਡ ਦਾ ਸ਼ੁਰੂ ਕਰਿਆ ਸੀ ਔਰ ਅੱਜ ਜੋ ਅਸੀਂ 100 ਬੈੱਡ ਦੀ ਗੱਲ ਕਰ ਰਹੇ ਹਾਂ। ਸੋ ਨੈਚੁਰਲੀ ਇਹ ਦੇਖ ਕੇ ਤਾਂ ਖੁਸ਼ੀ ਹੁੰਦੀ ਹੈ ਕਿ ਹਸਪੀਟਲ ਐਕਸਪੈਂਡ ਹੋਇਆ ਹੈ ਕਿ 2 ਬੈੱਡ ਤੋਂ ਜੋ ਪੇਸ਼ੈਂਟਸ ਦਾ ਫੇਥ ਬਣਿਆ ਹੈ ਉਹ ਧੀਰੇ ਕੈਰੀ ਫਾਰਵਰਡ ਹੋ ਰਿਹਾ ਹੈ। ਪਰ ਇਹ ਜਾਣ ਕੇ ਕਈ ਵਾਰ ਮਨ ਨੂੰ ਸੈਟਬੈਕ ਲੱਗਦਾ ਕਿ ਯਾਰ ਪੇਸ਼ੈਂਟਸ ਦੀ ਤਾਦਾਦ ਕਿੰਨੀ ਜ਼ਿਆਦਾ ਵੱਧ ਰਹੀ ਹੈ। ਬਿਲਕੁਲ ਠੀਕ। ਔਰ ਇਹ ਵੀ ਅਸੀਂ ਸ਼ੁਕਰ ਮਨਾਈਏ ਕਿ ਜੇ ਤਾਦਾਦ ਵੱਧ ਰਹੀ ਹੈ ਤਾਂ ਟ੍ਰੀਟਮੈਂਟ ਹੈ ਸਾਡੇ ਕੋਲ, ਟ੍ਰੀਟਮੈਂਟ ਹੋ ਰਿਹਾ, ਟ੍ਰੀਟਮੈਂਟ ਹੈ, ਅੱਛਾ ਟ੍ਰੀਟਮੈਂਟ ਵਾਟਐਵਰ ਪੋਸੀਬਲ। ਜਿੱਦਾਂ ਮੈਂ ਪਹਿਲੇ ਕਿਹਾ, ਤੁਸੀਂ ਕਿਸੇ ਵੀ ਡਿਪਾਰਟਮੈਂਟ ਦੀ ਗੱਲ ਕਰੋਗੇ, ਚਾਹੇ ਉਹ ਅਫੋਰਡੇਬਲ ਰੇਟਸ ਤੇ ਪੈਟ ਸਕੈਨ ਹੋਏ, ਸਾਡੇ ਕੋਲ ਪੈਟ ਸਕੈਨ ਵਾਸਤੇ ਬਾਹਰੋਂ ਦੀ ਸ਼ਿਮਲਾ ਤੱਕ, ਕਰਨਾਲ, ਕੁਰੂਕਸ਼ੇਤਰ, ਪੀਜੀਆਈ, ਜੀਐਮਸੀ 32, ਕੀ ਬਾਤ ਹੈ, ਡੇਲੀ ਜਿੱਥੇ ਪੇਸ਼ੈਂਟਸ ਨਹੀਂ ਜਾ ਸਕਦੇ, ਜਿੱਥੇ ਅਪਾਇੰਟਮੈਂਟ ਬਹੁਤ ਟਾਈਮ ਬਾਅਦ ਮਿਲਦਾ ਹੈ, ਤਾਂ ਨੈਚੁਰਲੀ ਪੇਸ਼ੈਂਟ ਆ ਕੇ ਅਫੋਰਡੇਬਲ ਰੇਟ ਤੇ ਆਪਣਾ, ਮਤਲਬ ਅਫੋਰਡੇਬਲ ਰੇਟ ਨੇ ਕਿ ਤੁਸੀਂ ਕੰਪੈਰੀਜ਼ਨ ਗਵਰਨਮੈਂਟ ਹਸਪੀਟਲਸ ਦੇ ਨਾਲ ਵੀ ਕਰ ਸਕਦੇ ਹੋ। ਐਗਜ਼ੈਕਟਲੀ, ਕਮਾਲ ਹੈ। ਇੱਕ ਛੋਟਾ ਜਿਹਾ ਸਵਾਲ ਡਾਕਟਰ ਫਜ਼ਲ, ਤੁਹਾਨੂੰ ਵੀ ਫੀਡਬੈਕ ਬਹੁਤ ਜ਼ਰੂਰੀ ਹੁੰਦੀ ਹੈ ਜਦੋਂ ਵੀ ਪੇਸ਼ੈਂਟ ਠੀਕ ਹੋ ਕੇ ਜਾਂਦਾ ਜਾਂ ਕੁਝ, ਕਿਦਾਂ ਦੀ ਫੀਡਬੈਕ ਤੁਹਾਨੂੰ ਦੇ ਕੇ ਜਾਂਦਾ? ਕਿਉਂਕਿ ਆਮ ਤੌਰ ਤੇ ਸਵਾਲ ਇਹ ਬੜਾ ਵੱਡਾ ਹੁੰਦਾ ਕਿ ਜੇ ਮਰੀਜ਼ ਨੂੰ ਸਹੀ ਤਰੀਕੇ ਨਾਲ ਤੁਸੀਂ ਟ੍ਰੀਟ ਕਰਤਾ ਤੇ ਉਹਦਾ ਹੌਸਲਾ ਵਧਾਤਾ, ਅੱਧੀ ਬਿਮਾਰੀ ਤਾਂ ਉਹਦੀ ਵੈਸੇ ਹੀ ਖਤਮ ਹੋ ਜਾਂਦੀ ਹੈ। Exactly, so true, and we are really so humble and in gratitude to the patients. June month is actually celebrated as a cancer survivor month. लास्ट ईयर, मतलब लास्ट टाइम इन जून itself, सोहाना हॉस्पिटल ने एक बहुत बड़ा फंक्शन किया था, and that was really good to see more than 200 of our patients, survivors were there. और उनकी ब्लेसिंग्स, मतलब इट एक्चुअली फील्स, इमोशंस रन्स थ्रू यू। बहुत अच्छा लगता है ऐसे कि ਹਮਾਰੇ ਨਵੀਂ ਜ਼ਿੰਦਗੀ ਦਿੰਦੇ ਹੋ ਤੁਸੀਂ ਕਿਸੇ ਨੂੰ ਨਾ। ਇਸੇ ਲਈ ਜੋ ਗੱਲਾਂ ਬਣੀਆਂ ਹੋਈਆਂ ਉਹ ਇਦਾਂ ਨਹੀਂ ਬਣੀਆਂ ਹੋਈਆਂ। ਡਾਕਟਰ ਨੂੰ ਰੱਬ ਦਾ ਦੂਜਾ ਰੂਪ ਇਸੇ ਲਈ ਕਿਹਾ ਜਾਂਦਾ। ਇੱਕ ਜ਼ਿੰਦਗੀ ਰੱਬ ਦਿੰਦਾ ਹੈ, ਤੇ ਜੇ ਰੱਬ ਨੇ ਕਿਸੇ ਤਰ੍ਹਾਂ ਦੀ ਤੁਹਾਨੂੰ ਬਿਮਾਰੀ ਦੇ ਦਿੱਤੀ ਹੈ, ਉਸ ਬਿਮਾਰੀ ਦਾ ਇਲਾਜ ਕਰਨ ਦੇ ਲਈ ਵੀ ਬੰਦਾ ਥੱਲੇ ਭੇਜਿਆ ਕਿ ਭਾਈ ਇਸ ਬੰਦੇ ਕੋਲ ਜਾਓ, ਇਹ ਮੇਰਾ ਹੀ ਦੂਜਾ ਰੂਪ ਹੈ, ਇਸੇ ਲਈ ਕਿਹਾ ਜਾਂਦਾ। ਹਾਲਾਂਕਿ ਕੁਝ ਥਾਵਾਂ ਤੇ ਵਿਸ਼ਵਾਸ ਜ਼ਰੂਰ ਥੋੜਾ ਜਿਹਾ ਡਗਮਗਾਇਆ ਵੀ ਇਸ ਪੇਸ਼ੇ ਸੰਬੰਧੀ, ਪਰ ਹਲੇ ਵੀ ਉਹ ਹਸਪੀਟਲਸ ਤੇ ਡਾਕਟਰ ਮੌਜੂਦ ਨੇ ਜਿਨ੍ਹਾਂ ਨੂੰ ਐਕਚੁਅਲ ਦੇ ਵਿੱਚ ਕਿਹਾ ਜਾ ਸਕਦਾ ਕਿ ਰੱਬ ਦਾ ਦੂਜਾ ਰੂਪ ਨੇ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਸਰ, ਬਹੁਤ ਬਹੁਤ ਮਿਹਰਬਾਨੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਔਰ ਇਹ ਸਾਰੀ ਇਨਫੋਰਮੇਸ਼ਨ ਹੈ ਜਿਹੜੀ ਇਹ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ। ਔਰ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਥੱਲੇ ਨੰਬਰ ਚੱਲ ਰਹੇ ਨੇ, ਕਿਸੇ ਵੀ ਤਰ੍ਹਾਂ ਦੇ ਤੁਸੀਂ ਕੋਈ ਕੰਸਲਟੈਂਟ ਕਰਨਾ ਹੋਵੇ, ਕੋਈ ਗੱਲਬਾਤ ਕਰਨੀ ਹੋਵੇ, ਕੋਈ ਟ੍ਰੀਟਮੈਂਟ ਲੈਣਾ ਹੋਵੇ ਜਾਂ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਇਹਨਾਂ ਨੰਬਰਾਂ ਤੇ ਗੱਲ ਕਰ ਸਕਦੇ ਹੋ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣ ਰਹੋ PTC ਨਿਊਜ਼ ਨਾਲ। ਧੰਨਵਾਦ।